ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਡਾਕਟਰ ਕੇਅਰ ਸਿੰਘ ਜੀ ਮੌਜੂਦ ਨੇ। ਅਸੀਂ ਗੱਲਬਾਤ ਮੌਜੂਦਾ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਜੋ ਸਿਆਸੀ ਗੰਢ ਤੁੱਪ ਦੀਆਂ ਗੱਲਾਂ ਚੱਲ ਰਹੀਆਂ ਉਹਦੇ ਉੱਤੇ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਤੇ ਅਖੀਰ ਵਿੱਚ ਆਪਣੇ ਕਮੈਂਟ ਜ਼ਰੂਰ ਕਰੋਗੇ ਕਿ ਤੁਸੀਂ ਇਸ ਸਭ ਦੇ ਬਾਰੇ, ਜੋ ਗੱਠਜੋੜ ਦੀਆਂ ਚਰਚਾਵਾਂ ਨੇ, ਜੋ ਪੰਜਾਬ ਦੀ ਸਿਆਸਤ ਚੱਲ ਰਹੀ ਹੈ, ਉਹਦੇ ਬਾਰੇ ਕੀ ਸੋਚਦੇ ਹੋ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਹਾਂ, ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ। ਸਭ ਤੋਂ ਵੱਡਾ ਸਵਾਲ ਇਹ ਆ ਕਿ ਅਕਾਲੀ ਦਲ ਬੜੀ ਕਸੂਤੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਹੈ। ਜਾਂ ਤਾਂ ਇਹ ਆ ਕਿ ਬੀਜੇਪੀ ਨੇ ਜਿਸ ਤਰੀਕੇ ਦੀ ਜਦੋਂ ਚਰਚਾ ਛਿੜੀ ਕਿ ਇਹਨਾਂ ਦਾ ਗੱਠਜੋੜ ਹੋ ਸਕਦਾ ਹੈ, ਤੇ ਬੀਜੇਪੀ ਨੇ ਬਾਅਦ ਵਿੱਚ ਪੈਰ ਪਿੱਛੇ ਖਿੱਚੇ ਕਿ ਸਾਨੂੰ ਖਤਾ ਵੀ ਖਾਣੀ ਪੈ ਸਕਦੀ ਹੈ ਇਸ ਸਾਰੇ ਮਾਮਲੇ ਦੇ ਵਿੱਚ, ਜੋ ਕਿਉਂਕਿ ਥੋੜਾ ਸਮਾਂ ਰਹਿ ਗਿਆ। ਅਗਲੇ ਸਾਲ ਜਦੋਂ ਇਲੈਕਸ਼ਨ ਲੋਕ ਸਭਾ ਦੀਆਂ ਹੋਣਗੀਆਂ, ਇੰਨਾ ਟਾਈਮ ਅਕਾਲੀ ਦਲ ਦੇ ਕੋਲ ਵੀ ਨਹੀਂ ਹੈਗਾ ਕਿ ਕਿਵੇਂ ਅੱਗੇ ਜਾ ਕੇ ਸਰਵਾਈਵ ਕਰਨਾ ਹੈ। ਪਰ ਜਿੱਥੋਂ ਤੱਕ ਗੱਲ ਇਹ ਆ ਕਿ ਇਹਨਾਂ ਦੇ ਆਪਣੇ ਆਗੂ, ਮੈਂ ਰੂਪਾਣੀ ਸਾਹਿਬ ਜਿਹੜੇ ਕੇਂਦਰੀ ਨੇ ਮੰਤਰੀ ਨੇ, ਉਹਨਾਂ ਦਾ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਕਿ ਅਸੀਂ ਜਿਹੜਾ ਆ ਇਕੱਲੇ ਆਪਣੇ ਦਮ ਦੇ ਉੱਤੇ ਲੋਕ ਸਭਾ ਦੀਆਂ 13 ਦੀਆਂ 13 ਜਿਹੜੀਆਂ ਸੀਟਾਂ ਨੇ ਉੱਤੇ ਚੋਣ ਲੜਾਂਗੇ। ਹਾਲਾਂਕਿ ਜਾਖੜ ਸਾਹਿਬ ਕਹਿੰਦੇ ਨੇ ਕਿ ਇਹ ਹਾਈ ਕਮਾਂਡ ਤੇ ਡਿਪੈਂਡ ਕਰਦਾ। ਸੁਖਬੀਰ ਬਾਦਲ ਸਾਹਿਬ ਨੇ ਤਾਂ ਇਹ ਸਾਰੀਆਂ ਜਿੰਨੀਆਂ ਵੀ ਚਰਚਾਵਾਂ ਉਹਦੇ ਉੱਤੇ ਪਾਣੀ ਫੇਰਤਾ। ਉਹ ਕਹਿੰਦੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਮੀਡੀਆ ਦਾ ਬਣਾਇਆ ਹੋਇਆ। ਪਰ ਕੁਝ ਨਾ ਕੁਝ ਤਾਂ ਅੰਦਰ ਖਿਚੜੀ ਪੱਕੀ ਹੋਣੀ, ਤਾਂ ਹੀ ਖਬਰ ਬਾਹਰ ਆ ਗਈ। ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਉਹਦਾ ਕੋਈ ਨਾ ਕੋਈ ਤੇ ਆਧਾਰ ਹੋਏਗਾ। ਫਿਰ ਨਾਲੋਂ ਨਾਲ ਮੁਸੀਬਤ ਇਸ ਗੱਲ ਦੀ ਵੀ ਹੈ ਕਿ ਉਧਰੋਂ ਤਾਂ ਸੁਪਰੀਮ ਕੋਰਟ ਦੇ ਵਿੱਚ ਦੋਹਰੇ ਸੰਵਿਧਾਨ ਦੇ ਵਿੱਚ ਅਪਰਾਧਿਕ ਜਿਹੜਾ ਮਾਮਲਾ ਚਲਾਉਣਾ ਸੀਗਾ, ਫਿਰ ਦੁਬਾਰਾ ਖੇੜਾ ਸਾਹਿਬ ਨੇ ਜਿਹੜੀ ਨਜ਼ਰਸਾਨੀ ਦੀ ਪਟੀਸ਼ਨ ਪਾ ਦਿੱਤੀ ਹੈ ਕਿ ਇੱਕ ਵਾਰ ਫਿਰ ਗੌਰ ਕਰੋ। ਇਹਨਾਂ ਖਬਰਾਂ ਤੋਂ ਕੀ ਸਮਝਿਆ ਜਾਵੇ ਕਿ ਕੀ ਅਕਾਲੀ ਦਲ ਬਾਦਲ ਦੇ ਉੱਤੇ ਕੋਈ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਉਹ ਆ ਕੇ ਮਤਲਬ ਕਿ ਬੀਜੇਪੀ ਦੇ ਨਾਲ ਸਮਝੌਤਾ ਕਰਨ, ਜਾਂ ਫਿਰ ਜਦੋਂ ਬਹੁਤ ਸਾਰੇ ਮਸਲੇ ਆਉਂਦੇ, ਮੈਂ ਕਈ ਸਵਾਲ ਨਾਲ ਤਾਂ ਜੋੜ ਰਿਹਾ ਕਿਉਂਕਿ ਸਵਾਲ ਬਹੁਤ ਅਹਿਮ ਨੇ, ਇਹਨਾਂ ਸਾਰਿਆਂ ਦੇ ਉੱਤੇ ਚਰਚਾ ਨੂੰ ਅੱਗੇ ਵਧਾਇਓ। ਜਿਵੇਂ UCC ਦੀ ਗੱਲ ਹੈ ਜਾਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਗੱਲ ਹੈ, ਜਦੋਂ ਭਗਵੰਤ ਮਾਨ ਸਾਹਿਬ ਇਹ ਗੱਲ ਕਹਿ ਦਿੰਦੇ ਨੇ ਕਿ ਇਹ ਤਾਂ ਜੋੜ ਤੋੜ ਕਰਨ ਲੱਗੇ ਹੋਏ ਨੇ, ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਫਿਕਰ ਹੈ ਤੇ ਮੈਨੂੰ ਤੁਹਾਡੀ ਕੁਰਸੀ ਦਾ, ਮਤਲਬ ਉਹ ਲੋਕਾਂ ਨੂੰ ਸੰਬੋਧਿਤ ਹੋ ਕੇ ਕਹਿੰਦੇ ਨੇ, ਨੌਜਵਾਨਾਂ ਨੂੰ, ਕਿ ਮੈਂ ਤੇ ਤੁਹਾਨੂੰ ਨੌਕਰੀਆਂ ਦੇਣੀਆਂ। ਇਹ ਜੋੜ ਤੋੜ ਵਾਲੇ ਪਾਸੇ ਲੱਗੇ ਹੋਏ ਨੇ। ਇਹ ਸਾਰੇ ਜੋ ਵਰਤਾਰੇ ਵਾਪਰ ਰਹੇ ਨੇ, ਇਹਨਾਂ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਸੁਖਵਿੰਦਰ ਜੀ, ਤੁਹਾਡੇ ਪ੍ਰਸ਼ਨ ਬਹੁਤ ਵਾਜਿਬ ਹੈ ਔਰ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਚੈਨਲ ਤੇ ਬਾਕੀ ਹੋਰ ਜਿਹੜੇ ਤੁਹਾਡੇ ਨਾਲ ਵਕਤਾ ਐਕਸਪਰਟ ਆਉਂਦੇ ਨੇ, ਉਹਨਾਂ ਦੇ ਵਿਚਾਰ ਵੀ ਇਸ ਵਿਸ਼ੇ ਤੇ ਮੈਂ ਸੁਣੇ ਹੈ। ਇਸ ਮਸਲੇ ਨੂੰ ਦੇਖੋ, ਜਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਨਾ, ਤੇ ਉਹ ਦੋ ਤਰ੍ਹਾਂ ਸਮਝਿਆ ਜਾ ਸਕਦਾ ਸੁਖਵਿੰਦਰ ਜੀ। ਇੱਕ ਤੇ ਇਹ ਹੈ ਕਿ ਸਿਆਸਤ ਨੂੰ ਅਸੀਂ ਜਦੋਂ ਡਿਫਾਈਨ ਕਰੀਏ ਕਿ ਸਿਆਸਤ ਤੋਂ ਅਸੀਂ ਮਤਲਬ ਕੀ ਲੈਂਦੇ ਹਾਂ। ਪੋਲਿਟਿਕਸ ਜਿਹੜੀ, ਚਾਹੇ ਅਕਾਲੀ ਦਲ ਦੀ ਹੋਵੇ, ਚਾਹੇ ਬੀਜੇਪੀ ਦੀ ਹੋਵੇ, ਚਾਹੇ ਕਾਂਗਰਸ, ਜਾਂ ਜਿਹੜੀਆਂ ਵੀ ਪਾਰਟੀਆਂ ਆਪਣੀਆਂ, ਜਾਂ ਆਮ ਆਦਮੀ ਪਾਰਟੀ ਵੀ ਹੋਵੇ, ਉਹ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਤਾਕਤ ਦੀ ਖੇਡ ਹੀ ਖੇਡਦੀਆਂ ਹੁੰਦੀਆਂ ਨੇ, ਤੇ ਇਹ ਕੋਈ ਮਿਹਣੇ ਵਾਲੀ ਗੱਲ ਨਹੀਂ ਹੁੰਦੀ। ਸਾਰੀਆਂ ਪਾਰਟੀਆਂ ਜਿਹੜੀਆਂ ਸਿਆਸੀ ਪਾਰਟੀਆਂ ਦੀ ਗਠਨ ਹੀ ਉਹ ਸਿਆਸੀ ਤਾਕਤ ਤੇ ਕਬਜ਼ਾ ਕਰਨਾ ਹੁੰਦਾ ਹੈ, ਔਰ ਸਿਆਸੀ ਤਾਕਤ ਤੇ ਕਬਜ਼ਾ ਕਰਕੇ ਜੋ ਵੀ ਉਹਨਾਂ ਦੇ ਰਾਜਨੀਤਿਕ ਉਦੇਸ਼ ਹੁੰਦੇ ਹਨ, ਉਹਨਾਂ ਦੀ ਪਾਲਣਾ ਹਿੱਤ ਨੀਤੀਆਂ ਘੜਨੀਆਂ ਹੁੰਦੀਆਂ, ਤੇ ਉਹਦੇ ਮੁਤਾਬਕ ਹੀ ਜਿਹੜੀ ਹੈ ਉਹ ਪ੍ਰਸ਼ਾਸਨ ਚਲਾਉਣਾ ਹੁੰਦਾ ਹੈ। ਸੋ ਇਹ ਤੇ ਹੈਗਾ ਸਿਧਾਂਤਕ ਤੌਰ ਤੇ ਵੀ ਆਪਾਂ ਮੰਨ ਲਈਏ ਕਿ ਇਹੀ ਖੇਡ ਹੈ ਸਿਆਸਤ ਦੀ, ਤੇ ਇਸ ਤੋਂ ਪਰੇ ਜੇ ਆਪਾਂ ਹੋਰ ਤਰ੍ਹਾਂ ਸੋਚੀਏ ਤੇ ਸ਼ਾਇਦ ਆਪਾਂ ਸਿਆਸੀ ਦਾਅ ਪੇਚ ਤੇ ਜਿਹੜੀ ਡਾਇਨਾਮਿਕਸ ਹੈ ਉਹਨੂੰ ਆਪਾਂ ਨਾ ਸਮਝ ਸਕੀਏ। ਇਸ ਫਰੇਮਵਰਕ ਵਿੱਚ ਹੀ ਆਪਾਂ ਅਕਾਲੀ ਦਲ ਜਾਂ ਬੀਜੇਪੀ ਦੀ ਜਿਹੜੀ ਹੈ ਆਪਸੀ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਨੂੰ ਆਪਾਂ ਸਮਝ ਸਕਦੇ ਹਾਂ। ਮੈਨੂੰ ਯਾਦ ਹੈ ਕਿ ਇਸੇ ਇਸ਼ੂ ਤੇ ਆਪਾਂ ਨਾ ਸ਼ਾਇਦ 3 ਮਹੀਨੇ ਪਹਿਲਾਂ ਗੱਲ ਸ਼ਾਇਦ ਹੋਈ ਸੀ ਆਪਣੇ ਤੁਹਾਡੇ ਹੀ ਨਾਲ ਇਸੇ ਚੈਨਲ ਤੇ ਆਪਾਂ ਇਹਦੀ ਪਛਾਣ ਕੀਤੀ ਸੀ ਕਿ ਕਿਹੜੇ ਫੈਕਟਰ ਹੈ ਜਿਹੜੇ ਫੈਕਟਰਸ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਸੰਭਾਵਨਾ ਜਿਹੜੀ ਗੱਠਜੋੜ ਦੀ ਹੈ ਉਹ ਹੈ ਜਾਂ ਨਹੀਂ ਹੈ। ਤਾਂ ਉਦੋਂ ਵੀ ਮੇਰਾ ਵਿਚਾਰ ਇਹੀ ਸੀ, ਮੇਰੀ ਸਮਝ ਇਹੀ ਸੀ
ਕਿ ਇਹਨਾਂ ਦੀ ਸੰਭਾਵਨਾ ਗੱਠਜੋੜ ਦੀ ਪਈ ਹੋਈ ਹੈ। ਧਰਾਤਲ ਤੇ ਦੋਨਾਂ ਹੀ ਪਾਰਟੀਆਂ ਦੀ ਲੋੜ ਹੈ, ਤਾਂ ਉਸ ਲੋੜ ਦੀ ਪੂਰਤੀ ਹਿੱਤ ਇਹਨਾਂ ਦੇ ਵਿੱਚ ਸਮਝੌਤਾ ਹੋਣ ਦੀਆਂ ਸੰਭਾਵਨਾ ਬੜੀਆਂ ਉਜਾਗਰ ਦਿਸ ਰਹੀਆਂ ਹੋਈਆਂ। ਉਹ ਕਦੋਂ ਹੋਏਗਾ, ਕਿਸ ਸਮੇਂ ਹੋਏਗਾ, ਉਹਦੇ ਵਿੱਚ ਕੀ ਲੈ ਦੇ ਹੋਏਗਾ, ਗਿਵ ਐਂਡ ਟੇਕ ਜਿਸ ਨੂੰ ਆਪਾਂ ਕਹਿੰਦੇ ਆ, ਤੇ ਉਹਦੇ ਵਿੱਚ ਇਹ ਬੜੀ ਸਿੱਧੀ ਜੀ ਗੱਲ ਆ। ਆਪਾਂ ਨੂੰ ਪਤਾ ਪੋਲਿਟਿਕਸ ਦੇ ਵਿੱਚ ਸੁਖਵਿੰਦਰ ਜੀ ਕਿ ਕੋਈ ਕਿਸੇ ਨਾਲ ਕੋਈ ਰਿਆਇਤ ਨਹੀਂ ਕਰਦਾ ਹੁੰਦਾ। ਇਹਦੇ ਵਿੱਚ ਇਹ ਮੰਡੀ ਹੈ, ਬਿਲਕੁਲ ਸਿੱਧੀ ਗੱਲ। ਮੰਡੀ ਦੇ ਵਿੱਚ ਭਾਅ ਜਿਹੜਾ ਹੈ ਨਾ ਜੀ, ਉਹ ਚੀਜ਼ ਦੀ ਜਿੰਨੀ ਕਿ ਡਿਮਾਂਡ ਹੁੰਦੀ ਹੈ ਉਹਦੇ ਮੁਤਾਬਕ ਉਹ ਤੈਅ ਹੋ ਜਾਂਦਾ ਹੈ। ਜਿੰਨੀ ਕਿ ਡਿਮਾਂਡ ਹੁੰਦੀ ਹੈ, ਜਿੰਨੀ ਕਿ ਲੋੜ ਹੁੰਦੀ ਹੈ ਖਰੀਦਦਾਰ ਦੀ, ਉਹਦੇ ਮੁਤਾਬਕ ਉਹ ਹੋ ਜਾਂਦਾ। ਸੋ ਸਿਆਸੀ ਮੰਡੀ ਹੈ, ਔਰ ਸਿਆਸੀ ਮੰਡੀ ਦੇ ਵਿੱਚ ਇਸ ਵੇਲੇ ਹੈ, ਜੇ ਆਪਾਂ ਕਹਿ ਦਿੱਤਾ ਜਾਏ ਇਹ ਪੈਰਲਲ ਜਾਂ ਇੱਕ ਮੈਟਾਫਰ ਜੇ ਆਪਾਂ ਜਾਂ ਸਿਮਲੀ ਦਈਏ ਕਿ ਬੀਜੇਪੀ ਇਸ ਵੇਲੇ ਖਰੀਦਦਾਰ ਹੈ, ਉਹਦੀ ਲੋੜ ਹੈ। ਲੋੜ ਇਸ ਕਰਕੇ ਹੈ ਕਿ ਜਿੰਨੇ ਕੁ ਸਰਵੇ ਆ ਰਹੇ ਹੋਏ ਆ, ਤੁਸੀਂ ਵੀ ਜ਼ਿਕਰ ਅਕਸਰ ਕਰਦੇ ਹੁੰਦੇ ਹੋ ਕਿ 2024 ਦੀਆਂ ਇਲੈਕਸ਼ਨਸ ਜਿਹੜੀਆਂ ਲੋਕ ਸਭਾ ਦੀਆਂ ਹੋਣੀਆਂ, ਉਹਨਾਂ ਦੇ ਸਰਵੇ ਜਿਹੜੇ ਆ ਰਹੇ ਆ ਉਹ ਬੀਜੇਪੀ ਲਈ ਕੋਈ ਬਹੁਤ ਰੋਜ਼ੀ ਪਿਕਚਰ ਨਹੀਂ ਦਿਖਾ ਰਹੇ। ਉਹਨਾਂ ਦੀਆਂ ਜਿਹੜੀਆਂ ਤਾਕਤ ਵਿੱਚ ਆਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਉੱਥੇ ਸਵਾਲੀਆ ਫਿਕਰੇ ਲੱਗੇ ਹੋਏ ਆ। ਸੋ ਉਹ ਬੀਜੇਪੀ ਘਬਰਾਹਟ ਵਿੱਚ ਹੈ, ਖਾਸ ਕਰਕੇ ਕਰਨਾਟਕਾ ਦੀਆਂ ਚੋਣਾਂ ਤੋਂ ਬਾਅਦ ਆਪਾਂ ਨੂੰ ਪਤਾ ਹੈ। ਔਰ ਉਹਦੇ ਵਿੱਚੋਂ ਹੀ ਉਹਨਾਂ ਦੇ ਉਹ ਸਿਆਸੀ ਦਾਅਵੇ ਜਿਸ ਨੂੰ ਆਪਾਂ ਜਿਹਨੂੰ ਯੂਨੀਫਾਰਮ ਸਿਵਲ ਕੋਡ ਤੇ ਹੋਰ ਪਾਰਟੀਆਂ ਦੇ ਵਿੱਚ ਭੰਨ ਤੋੜ ਕਰਾਉਣ ਦੀ ਕਵਾਇਦ ਜਿਹੜੀ ਹੋ ਰਹੀ ਹੋਈ ਹੈ ਉਹ ਚੱਲ ਰਹੀ ਹੋਈ ਹੈ। ਔਰ ਆਪਣੇ ਨਾਲ ਜਿਹੜੇ ਪਹਿਲਾਂ ਪਾਰਟੀਆਂ ਸ਼ਾਮਲ ਸੀ ਉਹ ਰੁੱਸੇ ਹੋਏ ਹਨ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਦਾ ਕਾਰਨ ਇੱਕੋ ਇੱਕ ਮੈਨੂੰ ਲੱਗਦਾ ਹੈ ਕਿ ਬੀਜੇਪੀ ਇਸ ਵੇਲੇ ਉਹਨਾਂ ਦੀ ਲੋੜ ਮਹਿਸੂਸ ਕਰ ਰਹੀ ਹੈ। ਜਦੋਂ ਬੀਜੇਪੀ ਲੋੜ ਮਹਿਸੂਸ ਕਰ ਰਹੀ ਹੋਈ ਹੈ ਤਾਂ ਅਕਾਲੀ ਦਲ ਨੂੰ ਆਪਣੀ ਲੋੜ ਹੈ। ਆਪਾਂ ਨੂੰ ਪਤਾ ਹੈ ਵੀ ਅਕਾਲੀ ਦਲ ਜਿਹੜਾ ਹੈ ਉਹ ਵੀ ਉਹਨਾਂ ਨੇ ਦੇਖ ਲਿਆ ਹੋਇਆ ਕਿ ਜੋ ਪੰਜਾਬ ਦੇ ਵਿੱਚ ਸਿਆਸੀ ਫਿਜ਼ਾ ਇਸ ਵੇਲੇ ਹੈਗੀ ਹੈ, ਤੁਸੀਂ ਦੇਖੋ ਕਿ ਉਹਨਾਂ ਦਾ ਅਕਾਲੀ ਦਲ ਦੀ ਜਿਸ ਨੂੰ ਆਪਾਂ ਕਹੀਏ ਕਿ ਸਪੋਰਟ ਬੇਸ ਬਰੋਡਲੀ ਆਪਾਂ ਕਹਿੰਦੇ ਆ ਕਿ ਸਿੱਖ ਸਮਾਜ ਹੈ। ਸਿੱਖ ਸਮਾਜ ਦੇ ਵਿੱਚੋਂ ਅਕਾਲੀ ਦਲ ਦਾ ਜਿਹੜਾ ਹੈ ਵੱਡਾ ਖੋਰਾ ਲੱਗ ਗਿਆ ਹੋਇਆ ਸਪੋਰਟ ਬੇਸ ਨੂੰ। ਚਾਹੇ ਆਪਾਂ ਬਰਗਾੜੀ ਕਾਂਡ ਦੀ ਗੱਲ ਕਰ ਲਈਏ, ਚਾਹੇ ਕਿਸਾਨੀ ਲਹਿਰ ਦੇ ਵਿੱਚ ਉਹਨਾਂ ਦਾ ਕਰ ਲਈਏ, ਤੇ ਚਾਹੇ ਆਪਾਂ ਪਿਛਲੀ ਸਰਕਾਰ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਹੀਏ, ਇਹ ਸਾਰੇ ਬੇਅਦਬੀ ਦੇ ਮੁੱਦੇ ਤੇ ਹੋਰ ਸਿਆਸੀ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਹੈ, ਉਹਨਾਂ ਦੀ ਕੋਈ ਛਵੀ ਜਿਹੜੀ ਹੈ ਉਹ ਬਹੁਤ ਹੀ ਅੱਛੀ ਨਹੀਂ। ਆਪਾਂ ਨੂੰ ਪਤਾ ਹੀ ਹੈ ਜਦੋਂ ਸਿੱਖ ਮਾਨਸਿਕਤਾ ਵਿੱਚ ਛਵੀ ਅੱਛੀ ਨਹੀਂ ਹੈ ਤੇ ਸਿੱਖ ਸਮਾਜ ਦੇ ਵਿੱਚ ਉਹਨਾਂ ਦੇ ਪੈਰਲਲ ਜਿਹੜੀਆਂ ਫੋਰਸਸ ਜਿਹੜੀਆਂ ਬੜੀਆਂ ਮਜ਼ਬੂਤ ਖੜੀਆਂ ਹੋ ਗਈਆਂ ਹੋਈਆਂ। ਇੱਕ ਤੇ ਆਪਾਂ ਨੂੰ ਪਤਾ ਕਿ ਖਾੜਕੂ ਲਹਿਰ ਜਿਸ ਨੂੰ ਆਪਾਂ ਕਹਿੰਦੇ ਆ, ਚਾਹੇ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਨਾ ਹੋਵੇ ਪਰ ਅਜੇ ਵੀ ਸਿੱਖ ਸਮਾਜ ਦੇ ਵਿੱਚ ਉਹ ਸੋਚ ਦੀ ਹੋਂਦ ਹੈਗੀ ਹੈ। ਉਹ ਸੋਚ ਦੇ ਨਾਲ ਲੋਕ ਜੁੜੇ ਹੋਏ ਹਨ ਤੇ ਜਿਹੜੇ ਲੋਕ ਜੁੜੇ ਹੋਏ ਹਨ ਉਹ ਅਲਟੀਮੇਟਲੀ ਅਕਾਲੀ ਦਲ ਨੂੰ ਹੀ ਖੋਰਾ ਲਾਉਂਦੇ ਆ। ਔਰ ਇੱਦਾਂ ਹੀ ਕਿਸਾਨੀ ਹੈ ਤੇ ਕਿਸਾਨੀ ਵੀ ਜਿਹੜੀ ਹੈ ਉਹ ਅਕਾਲੀਆਂ ਨਾਲੋਂ ਏਲੀਏਨੇਟ ਹੋ ਗਈ, ਬਦਜ਼ਨ ਹੋ ਗਈ। ਕਿਸਾਨੀ ਵੀ ਪੰਜਾਬ ਦੀ ਵੱਡੇ ਪੱਧਰ ਤੇ ਜਿਹੜੀ ਹੈਗੀ ਹੈ ਉਹ ਸਿੱਖ ਹੈ। ਔਰ ਤੀਸਰੀ ਜਿਹੜੀ ਗੱਲ ਹੈਗੀ ਹੈ, ਹਾਲਾਂਕਿ ਉਹਦੇ ਬਾਰੇ ਸਟੱਡੀਜ਼ ਤੇ ਨਹੀਂ ਆਈਆਂ ਸੁਖਵਿੰਦਰ ਜੀ, ਪਰ ਜੇ ਤੁਸੀਂ ਕਿਆਸ ਰਾਈਆਂ ਲਾਓ, ਦੇਖੋ ਅਖਬਾਰੀ ਖਬਰਾਂ ਤੋਂ ਨਾ ਕੁਝ ਆਪਾਂ ਕਹੀਏ ਸੂਚਕ ਹੁੰਦੀਆਂ ਅਖਬਾਰੀ ਖਬਰਾਂ, ਤੇ ਉਹ ਤੋਂ ਤੁਸੀਂ ਅੰਦਾਜ਼ੇ ਲਾਉਣੇ ਹੋ। ਉਹ ਇਹ ਹੈ ਕਿ ਅਕਾਲੀ ਦਲ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਪੈ ਗਿਆ ਹੋਇਆ ਕਿ ਇਹ ਜੱਟਾਂ ਦੀ ਪਾਰਟੀ ਸਿਰਫ ਹੋ ਗਈ ਹੋਈ ਹੈ ਤੇ ਗੈਰ ਜੱਟ ਜਿਹੜੇ ਸਿੱਖ ਨੇ ਉਹ ਆਪਣੇ ਆਪ ਨੂੰ ਸਮਝਦੇ ਨੇ ਕਿ ਉਹਨਾਂ ਦਾ ਉਹ ਸਥਾਨ ਅਕਾਲੀ ਦਲ ਵਿੱਚ ਨਹੀਂ ਹੈ ਜੋ ਕਿਸੇ ਜ਼ਮਾਨੇ ਵਿੱਚ ਹੁੰਦਾ ਸੀ। ਸੋ ਉਹ ਹੌਲੀ ਹੌਲੀ ਉਹ ਜਿਹੜਾ ਹੈ ਸਿੱਖ ਸਮਾਜ ਦਾ ਹਿੱਸਾ, ਜਿਹੜੀ ਗੈਰ ਜੱਟ ਹਿੱਸਾ ਆਪਾਂ ਕਹਿੰਦੇ ਹਾਂ, ਚਾਹੇ ਆਪਾਂ ਕਹੀਏ ਉਹ ਸੈਣੀ ਹੋਣ, ਚਾਹੇ ਰਾਮਗੜੀਏ ਹੋਣ,
ਚਾਹੇ ਜੱਟ ਖੱਤਰੀ ਜੱਟ ਤੇ ਦੂਸਰੇ ਅਰੋੜਾ ਸਿੱਖ ਹੋਣ ਤੇ ਚਾਹੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਸਟ ਹੈਗੀਆਂ ਗੈਰ ਜੱਟ ਤੇ ਉਹਨਾਂ ਦੀ ਪ੍ਰੈਜ਼ੈਂਸ ਹੁੰਦੀ ਸੀ, ਬੜੀ ਪਾਵਰਫੁਲ ਹੁੰਦੀ ਸੀ। ਹੁਣ ਉਹ ਵੀ ਏਲੀਅਨੇਟਡ ਫੀਲ ਕਰਦੇ ਨੇ। ਸੋ ਜਦੋਂ ਇਹ ਸਿਨਾਰੀਓ ਨੂੰ ਆਪਾਂ ਧਿਆਨ ਵਿੱਚ ਰੱਖਦੇ ਆ ਨਾ ਜੀ ਸੁਖਵਿੰਦਰ ਜੀ, ਤੇ ਫਿਰ ਅਕਾਲੀ ਦਲ ਤੇ ਸਿੱਖਾਂ ਦੀ ਪਾਰਟੀ ਦਾ ਆਧਾਰਿਤ ਹੋਣ ਤੇ ਉਹ ਖੋਰਾ ਲੱਗ ਗਿਆ। ਤੁਸੀਂ ਬੀਜੇਪੀ ਦੀ ਕੋਸ਼ਿਸ਼ ਦੇਖੋ, ਉਹਨਾਂ ਨੇ ਵੀ ਇਹਨਾਂ ਗੱਲਾਂ ਨੂੰ ਰੱਖਿਆ। ਉਹਨਾਂ ਨੇ ਉਹ ਆਨਸਰ ਜਿਹੜੇ ਹਨ, ਜਿਹੜੇ ਅਕਾਲੀ ਦਲ ਨਾਲ ਮਾਯੂਸ ਹੈ, ਚਾਹੇ ਉਹ ਸਿਆਸੀ ਤੌਰ ਤੇ ਮਾਯੂਸ ਹੋਣ, ਉਹਨਾਂ ਨੂੰ ਵੀ ਉਹਨਾਂ ਨੇ ਸਪੇਸ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਗੈਰ ਜੱਟ ਜਾਤਾਂ ਵਿੱਚੋਂ ਵੀ ਸਪੇਸ ਪ੍ਰੋਵਾਈਡ ਕੀਤੀ ਹੈ ਤੇ ਜੱਟਾਂ ਦੇ ਵਿੱਚੋਂ ਵੀ ਕੀਤੀ ਹੈ, ਜਿਹੜੇ ਸਿਆਸੀ ਤੌਰ ਤੇ ਉਹ ਲੱਗਦਾ ਸੀ ਕਿ ਉਹ ਆਈਸੋਲੇਟ ਹੋ ਗਏ ਸੀ, ਉਹਨਾਂ ਨੂੰ ਆਪਣੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਸੋ ਬੀਜੇਪੀ ਜਿਹੜੀ ਹੈ ਉਹ ਹਰ ਤਰ੍ਹਾਂ ਕੋਸ਼ਿਸ਼ ਕਰ ਰਹੀ ਹੋਈ ਹੈ ਆਪਣਾ ਇੱਥੇ ਨਵਾਂ ਸਪੇਸ ਸਿਰਜਣ ਵਾਸਤੇ। ਸੋ ਇਹ ਸਿਚੁਏਸ਼ਨ ਹੈ ਅਕਾਲੀ ਦਲ ਦੇ ਸਾਹਮਣੇ। ਜੀ, ਸ਼ਾਇਦ ਤੁਹਾਨੂੰ ਯਾਦ ਹੋਏ ਕਿ ਆਪਾਂ ਅੱਗੇ ਵੀ ਜ਼ਿਕਰ ਕੀਤਾ ਕਿ ਅਕਾਲੀ ਦਲ ਦੀ ਜਿਹੜੀ ਹੈ, ਜੇ ਤਾਕਤ ਦੀ ਖੇਡ ਉਹਨਾਂ ਨੇ ਖੇਡਣੀ ਹੈ ਤੇ ਉਹਦੀਆਂ ਸੰਭਾਵਨਾਵਾਂ ਕੀ ਹਨ, ਉਹਦੇ ਕੋਲ ਆਪਸ਼ਨਸ ਕੀ ਨੇ। ਇਕੱਲੇ ਉਹ ਤਾਕਤ ਵਿੱਚ ਆ ਨਹੀਂ ਸਕਦੇ ਤੇ ਸਮਝੌਤਾ ਕਿਹਦੇ ਨਾਲ ਹੋ ਸਕਦਾ, ਉਹ ਜਿਹਦੇ ਨਾਲ ਕਿ ਉਹ ਇੱਕ ਵਿਨਿੰਗ ਕੰਬੀਨੇਸ਼ਨ ਉਹਨਾਂ ਦਾ ਬਣਨ ਦੀ ਸੰਭਾਵਨਾ ਹੋਵੇ। ਜਿੱਤਦੇ ਆ ਨਹੀਂ ਜਿੱਤਦੇ ਉਹ ਗੱਲ ਵੱਖਰੀ ਹੈ, ਕਿ ਇੱਕ ਸੰਭਾਵਨਾ ਦੀ ਖੇਡ ਹੁੰਦੀ ਹੈ, ਯਾਨੀ ਕਿ ਪ੍ਰੋਬੇਬਿਲਿਟੀ ਦੀ ਖੇਡ ਹੁੰਦੀ ਹੈ। ਤਾਂ ਉਹ ਤੁਸੀਂ ਦੇਖੋ ਕਿ ਕਾਂਗਰਸ ਨਾਲ ਤੇ ਉਹ ਹੋ ਨਹੀਂ ਸਕਦਾ, ਕਿਉਂਕਿ ਜਿਹੜਾ ਅਕਾਲੀਆਂ ਦਾ ਬੇਸ ਰਹਿੰਦ ਖੂੰਹਦ ਜੋ ਵੀ ਹੈਗਾ ਉਹ ਕਾਂਗਰਸੀਆਂ ਨਾਲ ਕਦੇ ਵੀ ਨਹੀਂ ਜਾ ਸਕਦਾ, ਤੇ ਉਹ ਆਪਾਂ ਰੂਲ ਆਊਟ ਕਰ ਦਈਏ। ਉਹ ਅਕਾਲੀਆਂ ਦੀ ਸਮੱਸਿਆ ਇਹ ਹੈਗੀ ਹੈ। ਤੇ ਦੂਸਰੇ ਰਹਿ ਗਿਆ ਹੋਰ ਕਾਮਰੇਡ ਜਿਹੜੇ ਨੇ, ਉਹ ਵੀ ਉਹਨਾਂ ਦੀ ਕੁਝ ਖੇਤਿਆਂ ਦੇ ਵਿੱਚ ਹੈਗੀ ਹੈ, ਪਰ ਇੰਨਾ ਭਾਰੂ ਉਹ ਧਿਰ ਨਹੀਂ ਹੈਗੀ। ਬਸਪਾ ਜਿਹੜੀ ਹੈ ਉਹ ਵੀ ਸੀਮਤ ਖੇਤਰਾਂ ਦੇ ਵਿੱਚ ਹੈਗੀ ਆ, ਤੇ ਉਹ ਆਪਾਂ ਨੂੰ ਪਤਾ ਹੈ ਕਿ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਦਾ ਪਸਾਰਾ ਨਹੀਂ ਹੈ। ਤੋ ਇਸ ਕਰਕੇ ਬੀਜੇਪੀ ਜਿਹੜੀ ਹੈਗੀ ਹੈ ਉਹਦਾ ਸਮੁੱਚੇ ਪੰਜਾਬ ਦੇ ਵਿੱਚ ਪਸਾਰਾ ਹੈ, ਔਰ ਖਾਸ ਕਰਕੇ ਹਿੰਦੂ ਭਾਈਚਾਰੇ ਵਿੱਚ ਹੈਗਾ। ਤੋ ਉਹਨਾਂ ਨੂੰ ਜੇ ਆਪਾਂ ਕਹੀਏ ਕਿ ਦੋਨੋਂ ਹੀ ਇਹ ਧਿਰਾਂ ਜੇ ਜੁੜਦੀਆਂ ਹੈਗੀਆਂ ਤੇ ਬੀਜੇਪੀ ਨੂੰ ਵੀ ਲਾਹਾ ਹੋਣ ਦੀ ਸੰਭਾਵਨਾ ਤੇ ਅਕਾਲੀਆਂ ਨੂੰ ਵੀ ਲਾਹਾ ਹੋਣ ਦੀ ਸੰਭਾਵਨਾ ਹੈ। ਸੋ ਮੈਂ ਇਹ ਸਿਰਫ ਇਸ ਨੂੰ ਡਾਇਨਾਮਿਕਸ, ਪੋਲੀਟੀਕਲ ਡਾਇਨਾਮਿਕ ਦੇ ਤੌਰ ਤੇ ਅੰਡਰਸਟੈਂਡ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਵਿੱਚ ਸਿਧਾਂਤਕ ਗੱਲ ਬਿਲਕੁਲ ਕੋਈ ਨਹੀਂ ਹੈ। ਸਿਧਾਂਤ ਦੇ ਪੱਧਰ ਤੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕੋਈ ਵੀ ਪਾਰਟੀ ਸਿਧਾਂਤ ਤੇ ਨਹੀਂ ਵਿਚਰ ਰਹੀ। ਜੇ ਦੇਖਿਆ ਜਾਏ ਸਿਧਾਂਤਕ ਤੌਰ ਤੇ ਬੀਜੇਪੀ ਔਰ ਅਕਾਲੀ ਦਾ ਗੱਠਜੋੜ ਉਹ ਗੈਰ ਸਿਧਾਂਤਕ ਹੋਏਗਾ, ਕਿਉਂਕਿ ਬੀਜੇਪੀ ਦੀ ਹੋਰ ਤਰ੍ਹਾਂ ਦੀ ਸਿਆਸੀ ਪੈਂਤੜੇ ਤੇ ਸਿਧਾਂਤ ਹਨ, ਔਰ ਅਕਾਲੀਆਂ ਦਾ ਸਿਧਾਂਤ ਆਲ ਟੂਗੇਦਰ ਡਿਫਰੈਂਟ ਹੈ, ਉਹਨਾਂ ਨਾਲ ਕਲੈਸ਼ ਕਰਦਾ। ਪਰ ਹੁਣ ਜੇ ਆਪਾਂ ਸਿਧਾਂਤਕ ਤੌਰ ਤੇ ਦੇਖੀਏ ਤੇ ਬਸਪਾ ਨਾਲ ਸਗੋਂ ਨੇੜਤਾ ਬਣਦੀ ਹੈ ਉਹਨਾਂ ਦੀ, ਔਰ ਹੋਰ ਜਿਹੜੀਆਂ ਈਵਨ ਲੈਫਟ ਦੇ ਨਾਲ ਕੁਝ ਨੇੜਤਾ ਬਣ ਜਾਂਦੀ ਹੈ, ਖੱਬੇ ਪੱਖੀਆਂ ਨਾਲ ਵੀ ਨੇੜਤਾ ਬਣਦੀ ਹੈ। ਜੇ ਸਿੱਖ ਸਿਧਾਂਤ ਦੇ ਪੁਆਇੰਟ ਆਫ ਤੋਂ ਦੇਖੀਏ, ਸਿੱਖ ਪਿਛੋਕੜ ਦੇ ਤੋਂ ਦੇਖੀਏ, ਪਰ ਇਹ ਹੋਣਾ ਨਹੀਂ, ਕਿਉਂਕਿ ਸਿਆਸਤ ਦੇ ਵਿੱਚ ਸਿਧਾਂਤ ਭਾਰੂ ਨਹੀਂ ਹੁੰਦਾ। ਸਿਆਸਤ ਦੇ ਵਿੱਚ ਹਮੇਸ਼ਾ ਜਿਹੜੀ ਸਿਆਸੀ ਲੀਡਰਸ਼ਿਪ ਹੁੰਦੀ ਹੈ ਕਿਸੇ ਵੀ ਸਮੇਂ ਦੀ, ਉਹਦਾ ਮਫਾਦ ਉਹ ਹੁੰਦਾ ਜਿਸ ਆਧਾਰ ਤੇ ਉਹ ਸਮਝੌਤੇ ਹੁੰਦੇ ਨੇ ਜਾਂ ਟੁੱਟਦੇ ਨੇ। ਸੋ ਇਸ ਵੇਲੇ ਦੀ ਜਿਹੜੀ ਮੌਜੂਦਾ ਸਿਆਸੀ ਲੀਡਰਸ਼ਿਪ ਅਕਾਲੀ ਦਲ ਦੀ ਹੈਗੀ ਹੈ, ਜਿਹੜੀ ਕਿ ਭਾਰੂ, ਜਿਸ ਨੂੰ ਆਮ ਤੌਰ ਤੇ ਅਕਾਲੀ ਦਲ ਬਾਦਲ ਕਹਿ ਦਿੰਦੇ ਆ, ਉਹਨਾਂ ਦਾ ਸਿਆਸੀ ਮਫਾਦ ਤਾਕਤ ਦੇ ਨੇੜੇ ਪਹੁੰਚਣ ਦਾ ਜੇ ਹੈ ਤੇ ਰਾਹ ਉਹਨਾਂ ਵਾਸਤੇ ਇਹੀ ਹੈ। ਤੇ ਬੀਜੇਪੀ ਦੀ ਮਜਬੂਰੀ, ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਸੀ, ਸੋ ਇਹ ਮਜਬੂਰੀ ਵਿੱਚੋਂ ਗੱਠਜੋੜ ਨਿਕਲਣਾ, ਉਹਦੇ ਵਿੱਚੋਂ ਗਿਵ ਐਂਡ ਟੇਕ ਕੀ ਹੁੰਦਾ, ਕਿੰਨੀਆਂ ਕੁ ਸੀਟਾਂ ਲੜਦਾ ਨਹੀਂ ਲੜਦਾ, ਕੀ ਪ੍ਰਭਾਵ ਛੱਡਣਗੀਆਂ, ਉਹ ਸਿਆਸੀ ਸਟੇਟਮੈਂਟਸ ਹੋਣਗੀਆਂ। ਮੈਨੂੰ, ਕਿਉਂਕਿ ਮੈਂ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਰਿਹਾ, ਸਾਰੀ ਉਮਰ ਪੜ੍ਹਦਾ ਪੜ੍ਹਾਉਂਦਾ ਇਹੀ ਰਿਹਾ, ਪੋਲੀਟੀਸ਼ੀਅਨ ਦੀ ਸਟੇਟਮੈਂਟ ਨੂੰ ਕਦੇ ਸੀਰੀਅਸਲੀ ਨਾ ਲਿਆ ਕਰੋ। ਸੁਖਵਿੰਦਰ ਜੀ, ਤੁਸੀਂ ਪੱਤਰਕਾਰ ਹੋ, ਮੇਰੀ ਤੁਹਾਨੂੰ ਰਾਏ ਹੈ ਕਿ ਦੇਖਿਆ ਕਰੋ ਕਿ ਇਹ ਸਿਰਫ ਚਲਾਊ ਜੀ ਗੱਲ ਹੁੰਦੀ ਹੈ, ਇਹ ਸਿਰਫ ਛਲਾਵਾ ਜਾਂ ਲੋਕ ਭਲਾਊ ਜੀ ਗੱਲ ਹੁੰਦੀ ਹੈ। ਇਹਦੇ ਵਿੱਚ ਤੱਤ ਨਹੀਂ ਹੁੰਦਾ, ਤੱਤ ਤੁਹਾਨੂੰ ਆਪ ਲੱਭਣਾ ਪੈਂਦਾ। ਉਹ ਕੀ ਕਹਿ ਰਿਹਾ ਉਹ ਸਿਆਸਤਦਾਨ ਤੇ ਉਹਦੇ ਅਰਥ ਕੀ ਹੈ, ਇਸ ਪੱਤਰਕਾਰ ਦਾ ਫਰਜ਼ ਬਣਦਾ ਹੈ
ਕਿ ਕੀ ਕਿਹਾ ਜਾ ਰਿਹਾ ਹੈ ਤੇ ਇਹਦੇ ਪਿੱਛੇ ਉਹਦਾ ਮਫਾਦ ਕੀ ਹੈ, ਉਹਦੀ ਮਨਸ਼ਾ ਕੀ ਹੈ, ਉਹਨੂੰ ਡਿਸਾਈਫਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਉਹਦੇ ਤੇ ਖਾਸੀ ਮਗਜਪਾਚੀ ਹੋਣੀ ਚਾਹੀਦੀ ਹੈ ਔਰ ਉਹਦੇ ਪਿੱਛੇ ਉਹਦਾ ਪਿਛੋਕੜ ਕੀ ਪਿਆ ਹੁੰਦਾ ਸਿਆਸੀ ਖੇਡ ਦਾ, ਉਹਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਉਹਨੂੰ ਡਿਸਾਈਫਰ ਜਾਂ ਡੀਕੋਡ ਕਰ ਸਕਦੇ ਹੋ। ਸਰਫੇਸ ਵੈਲਿਊ ਤੇ ਸਟੇਟਮੈਂਟ ਦਾ ਕੋਈ ਮਤਲਬ ਨਹੀਂ। ਇਸੇ ਕਰਕੇ ਮੈਂ ਰੂਪਾਨੀ ਹੋਵੇ ਜਾਂ ਈਵਨ ਸੁਖਬੀਰ ਹੋਣੀ ਹੋਣ ਜਾਂ ਕੋਈ ਵੀ ਹੋਵੇ, ਇਹਨਾਂ ਦੀ ਸਟੇਟਮੈਂਟ ਨੂੰ ਜਿਹੜਾ ਹੈ ਨਾ, ਇਹਨੂੰ ਇੰਪੋਰਟੈਂਸ ਨਾ ਦਿਓ। ਤੁਸੀਂ ਦੇਖੋ ਕਿ ਇਸ ਵੇਲੇ ਸਿਆਸੀ ਧਰਾਤਲ ਕੀ ਹੈ, ਸਿਆਸੀ ਸੱਚ ਇਸ ਵੇਲੇ ਕੀ ਹੈ, ਤਾਕਤ ਦੀ ਖੇਡ ਦੀਆਂ ਸੰਭਾਵਨਾਵਾਂ ਕੀ ਹੈ, ਉਹਦੇ ਵਿੱਚੋਂ ਕੀ ਕਿਸ ਕਿਸਮ ਦੀ ਪੋਲਿਟਿਕਸ ਨਿਕਲਣੀਆਂ ਸੰਭਾਵਨਾ। ਜੇ ਉਹਨੂੰ ਧਿਆਨ ਵਿੱਚ ਰੱਖੋਗੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਸੰਭਾਵਨਾਵਾਂ ਪਈਆਂ ਹੋਈਆਂ। ਇਹ ਸਮਝੌਤਾ ਹੋਣਾ ਹੈ ਔਰ ਇਹ ਸਮਝੌਤਾ ਹੋਏਗਾ। ਮੇਰੇ ਮੁਤਾਬਕ ਜੇ ਨਹੀਂ ਹੁੰਦਾ ਤੇ ਦੋਨਾਂ ਪਾਰਟੀਆਂ ਦਾ ਨੁਕਸਾਨ ਹੋਣਾ ਸਿਆਸੀ ਤੌਰ ਤੇ, ਤਾਕਤ ਦੇ ਤੌਰ ਤੇ। ਸਿਧਾਂਤਕ ਤੌਰ ਤੇ ਚਾਹੇ ਅਕਾਲੀ ਦਲ ਆਪਣੇ ਆਪ ਨੂੰ ਮਜ਼ਬੂਤ ਕਰ ਲੈ, ਪਰ ਸਿਆਸੀ ਤੌਰ ਤੇ ਫੌਰੀ ਤੌਰ ਤੇ, ਜਿਸਨੂੰ ਆਪਾਂ ਕਹਿੰਦੇ ਫੌਰੀ ਤੌਰ ਤੇ, ਇਮੀਡੀਏਟਲੀ ਇਹ ਅਕਾਲੀ ਦਲ ਨੂੰ ਕੋਈ ਲਾਭ ਨਹੀਂ ਹੋਣਾ। ਔਰ ਸਿਆਸਤ ਦੀ ਖੇਡ ਜਿਹੜੀ ਇਹੋ ਜਿਹੀ ਕਹੀਏ ਆਪਾਂ ਬਦਕਿਸਮਤੀ ਨਾਲ ਹੈ ਸੁਖਵਿੰਦਰ ਜੀ, ਕਿ ਸਿਆਸਤਦਾਨ ਜਿਹੜਾ ਹੈ ਨਾ, ਉਹ ਲੰਬੀ ਸੋਚ ਰੱਖ ਕੇ ਨਹੀਂ ਚੱਲਦਾ, ਉਹ ਫੌਰੀ ਸੋਚ ਰੱਖ ਕੇ ਚੱਲਦਾ ਕਿ ਇਮੀਡੀਏਟਲੀ ਮੈਨੂੰ ਲਾਭ ਆਉਂਦਾ, 24 ਚ ਫਾਇਦਾ ਹੋਣ ਦੀ ਸੰਭਾਵਨਾ ਹੈ ਕਿ ਨਹੀਂ। ਇਹ ਨਹੀਂ ਦੇਖੇਗਾ ਕਿ 30 ਚ ਮੈਨੂੰ ਫਾਇਦਾ ਕੀ ਹੋਣਾ, 31 ਚ ਕੀ ਹੋਣਾ। ਇਹਨਾਂ ਪੋਲੀਟੀਸ਼ੀਅਨ ਸੋਚਦਾ ਨਹੀਂ ਹੁੰਦਾ। ਉਹ ਤੁਸੀਂ ਮੈਂ ਸੋਚਾਂਗੇ, ਅਸੀਂ ਕਿਸੇ ਵੀ ਪਾਰਟੀ ਦੇ ਜਿਹੜੇ ਸਿੰਪੈਥਾਈਜ਼ਰ ਹੋਣਗੇ, ਸਪੋਰਟਰ ਹੋਣਗੇ, ਜਾਂ ਲੋਕਾਂ ਦੀ ਇੱਛਾ ਕੀ ਹੋਗੀ, ਉਹ ਆਪਾਂ ਲੋਕ ਇਦਾਂ ਸੋਚਾਂਗੇ, ਪਰ ਸਿਆਸਤਦਾਨ ਇਦਾਂ ਨਹੀਂ ਸੋਚਦਾ। ਇਹ ਸਾਡਾ ਸਿਆਸੀ ਸੱਚ ਹੈ ਸੁਖਵਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਬੀਜੇਪੀ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਮੂਹਰਲੀ ਕਤਾਰ 'ਚ ਦੇਖਦੀ ਹੈ ਅਕਾਲੀ ਦਲ ਦੇ ਨਾਲੋਂ, ਅੱਜ ਦੀ ਸਥਿਤੀ ਦੇ ਵਿੱਚ ਜਦੋਂ ਵੱਡੇ ਭਰਾ ਦੀ ਭੂਮਿਕਾ ਦੀ ਗੱਲ ਕਰਦੇ ਨੇ, ਤਾਂ ਬੀਜੇਪੀ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਮੌਜੂਦਾ ਹਾਲਾਤਾਂ 'ਚ ਸਪੇਸ ਦਾ ਆਧਾਰ ਕੀ ਬਣਿਆ ਜਾਵੇ? ਕੀ ਮਤਲਬ ਕਿ ਡੈਮੋਗ੍ਰਾਫਿਕਲ ਜਿਹੜਾ ਸਟਰਕਚਰ ਚੇਂਜ ਹੋਇਆ ਪੰਜਾਬੀਆਂ ਦਾ, ਪੰਜਾਬ ਦੀ ਨਵੀਂ ਪੀੜ੍ਹੀ ਦਾ ਵਿਦੇਸ਼ਾਂ ਦੇ ਵਿੱਚ ਜਾਣਾ, ਕੀ ਇਸ ਆਧਾਰ ਤੇ, ਜਾਂ ਫਿਰ ਪ੍ਰਵਾਸ ਬਹੁਤ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਹੋਇਆ, ਯੂਪੀ ਬਿਹਾਰ ਜਾਂ ਹੋਰ ਪਾਸਿਆਂ ਤੋਂ ਜਿਹੜੇ ਆਏ ਨੇ, ਕੀ ਉਹ ਉਸ ਆਧਾਰ ਤੇ ਆਪਣਾ ਦੇਖਦੇ ਨੇ ਕਿ ਸਾਡੀ ਸਪੇਸ ਪੰਜਾਬ ਦੇ ਵਿੱਚ ਬਣਦੀ ਹੈ, ਜਾਂ ਫਿਰ ਕੋਈ ਮਤਲਬ ਕਿ ਪੋਲਰਾਈਜੇਸ਼ਨ ਦੀ ਵੀ ਜਦੋਂ ਗੱਲ ਆਉਂਦੀ ਹੈ ਕਿ ਧਰੂਵੀਕਰਨ, ਉਹ ਜਿਸ ਤਰੀਕੇ ਨਾਲ ਸਮਝਦੇ ਨੇ ਕਿ ਸਾਡੇ ਪੈਰ, ਜਿਵੇਂ 2017 ਚ ਸਥਿਤੀ ਹੋਰ ਸੀ, 19 ਚ ਹੋਰ ਹੋਈ, ਤੇ ਉਸ ਤੋਂ ਬਾਅਦ 2022 ਦੀਆਂ ਚੋਣਾਂ ਚ ਹੋਰ ਹੋਈ, ਹੁਣ ਜਦੋਂ ਜਲੰਧਰ ਵਾਲੀ ਉਪ ਚੋਣ ਲੰਘੀ ਹੈ ਉਹਦੇ ਵਿੱਚ ਸਥਿਤੀ ਬੀਜੇਪੀ ਨੇ ਕਿਸ ਤਰ੍ਹਾਂ ਦੇਖੀ ਹੈ? ਕਿ ਇਹਨਾਂ ਸਾਰਿਆਂ ਨੂੰ ਮਿਲਾ ਕੇ ਬੀਜੇਪੀ ਆਪਣੇ ਆਪ ਨੂੰ ਵੱਡੇ ਭਰਾ ਦੀ ਭੂਮਿਕਾ 'ਚ ਦੇਖਦੀ ਹੈ, ਜਾਂ ਫਿਰ ਇਸ ਅੰਕੜਿਆਂ ਤੋਂ ਕੋਈ ਹੋਰ ਵੀ ਵੱਖਰੀ ਗੱਲ ਆਪਾਂ ਮੰਨ ਸਕਦੇ ਆ ਜਿਹੜੀ ਸ਼ਾਇਦ ਨਾ ਬੀਜੇਪੀ ਦੇ ਧਿਆਨ ਵਿੱਚ ਹੋਵੇ ਤੇ ਨਾ ਬਾਕੀ ਸਿਆਸੀ ਧਿਰਾਂ ਦੇ ਧਿਆਨ 'ਚ ਹੋਵੇ? ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਸੁਖਵਿੰਦਰ ਜੀ, ਕਿ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ, ਇਹ ਫੈਕਟਰ ਡੈਫੀਨਿਟਲੀ ਹੈਗਾ ਕਿ ਸਿੱਖਾਂ ਦੀ ਪਰਸੈਂਟੇਜ ਜਿਹੜੀ ਹੈ ਉਹ ਘਟ ਰਹੀ ਹੋਈ ਹੈ ਤੇ ਗੈਰ ਸਿੱਖਾਂ ਦੀ ਪਰਸੈਂਟੇਜ ਪੰਜਾਬ ਦੇ ਵਿੱਚ ਵੱਧ ਰਹੀ ਹੈ। ਇਹ ਸੱਚ ਹੈ। ਇਹ ਜਦੋਂ ਅਗਲੀ ਸੈਂਸਸ ਦੇ ਫਿਗਰਸ ਆਉਣਗੀਆਂ ਤੇ ਪਹਿਲਾਂ ਨਾਲੋਂ 2-3% ਦੀ ਸੰਭਾਵਨਾ ਘਟਣ ਦੀ, ਵਸੋਂ ਦੀ ਜਿਹੜੀ ਹੈਗੀ ਹੈ, ਤੇ ਉਹ ਇੱਕ ਫੈਕਟਰ ਹੈ ਹੀ ਹੈ, ਆਪਾਂ ਨੂੰ ਪਤਾ। ਕਿਉਂਕਿ ਜਦੋਂ ਅਕਾਲੀ ਦਲ ਦਾ ਆਪਾਂ ਖਾਸਾ ਲੈਂਦੇ ਹਾਂ ਕਿ ਉਹ ਮੁੱਢਲੇ ਤੌਰ ਤੇ ਸਿੱਖ ਸਮਾਜ ਆਧਾਰਿਤ ਪਾਰਟੀ ਹੈਗੀ ਹੈ, ਤੇ ਜਿਹੜੀਆਂ ਪਾਰਟੀਆਂ ਕਾਂਗਰਸ ਹੋਈ ਜਾਂ ਦੂਸਰੀਆਂ ਆਮ ਆਦਮੀ ਪਾਰਟੀ ਹੋ ਗਈ ਜਾਂ ਆਪਾਂ ਬੀਜੇਪੀ ਲਈਏ, ਉਹ ਕਲੇਮ ਇਹ ਕਰਦੇ ਨੇ ਕਿ ਅਸੀਂ ਸਾਰੇ ਹੀ ਵਰਗਾਂ ਦੀ ਪ੍ਰਤੀਨਿਧਤਾ ਕਰਦੇ ਹਾਂ। ਉਹ ਬੀਜੇਪੀ ਦੇ ਜਿਹੜੀ ਪਹਿਲਾਂ ਛਵੀ ਇਹੀ ਸੀ ਕਿ ਇਹ ਸਿਰਫ ਹਿੰਦੂ ਸਮਾਜ ਤੱਕ ਸੀਮਿਤ ਸੀ, ਉਹ ਆਪਣੀ ਛਵੀ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੋਈ ਆ। ਆਪਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਵੱਡੇ ਪੱਧਰ ਤੇ ਉਹਨਾਂ ਨੇ ਸਿੱਖ ਲੀਡਰਸ਼ਿਪ ਆਪਣੇ ਵਿੱਚ ਸ਼ਾਮਲ ਕੀਤੀ ਹੈ, ਔਰ ਜਿਸ ਤਰ੍ਹਾਂ ਹੁਣ ਉਹਨਾਂ ਨੇ ਇੱਕ ਹਿੰਦੂ, ਜਿਸ ਨੂੰ ਆਪਾਂ ਕਹਿੰਦੇ ਆ ਉਹਨੂੰ ਪ੍ਰਧਾਨ, ਭਾਵੇਂ ਇੱਕ ਹਿੰਦੂ ਨੂੰ ਹਟਾ ਕੇ ਦੂਜੇ ਨੂੰ ਬਣਾਇਆ ਹੈ, ਪਰ ਉਹ ਹਿੰਦੂ ਤੁਹਾਨੂੰ ਪਤਾ ਹੀ ਹੈ ਕਿ ਉਹ ਜਾਖੜ ਸਾਹਿਬ ਦੀ ਛਵੀ ਇੱਕ ਹਿੰਦੂ ਦੀ ਨਹੀਂ ਹੈ। ਉਹ ਇੱਕ ਜਾਟ ਲੀਡਰ ਦੇ ਤੌਰ ਤੇ, ਮੈਂ ਉਸੇ ਇਲਾਕੇ ਨੂੰ ਬਿਲੋਂਗ ਕਰਦਾ, ਮੇਰੀ ਦੀ ਕੰਸਟੀਚੁਐਂਸੀ ਉਹੀ ਹੈ, ਉਹ ਅਬੋਹਰ ਤੋਂ ਹੀ ਜਿੱਤਦੇ ਨੇ ਤੇ ਹੁਣ ਵੀ ਉਹਨਾਂ ਦਾ ਜਿਹੜਾ ਕਜ਼ਨ ਹੈ ਉਹੀ ਜਿੱਤਿਆ ਹੋਇਆ ਹੈ ਉੱਥੋਂ ਦਾ।
ਤੇ ਉਹ ਉਸ ਇਲਾਕੇ ਦੇ ਵਿੱਚ ਯਾਨੀ ਕਿ ਇੱਕ ਜੱਟ ਤੇ ਜਾਟ ਇੱਥੇ ਇਕੱਠੇ ਹੀ ਨੇ ਨਾ। ਪੰਜਾਬ ਦੇ ਵਿੱਚ ਹੋ ਗਿਆ, ਹਰਿਆਣੇ ਦੇ ਉਹਨਾਂ ਨੂੰ ਜਾਟ ਪਿੱਛੇ, ਤੇ ਇਧਰ ਆਪਣੇ ਰਾਜਸਥਾਨ 'ਚ ਜਾਟ ਕਹਿ ਦਿੰਦੇ, ਤੇ ਆਪਣੇ ਇੱਥੇ ਜੱਟ ਨੇ ਜਿਹੜੇ ਸਿੱਖ ਬਣ ਗਏ ਹੋਏ ਨੇ, ਉਹ ਇੱਕੋ ਸਟਾਕ ਦੇ ਵਿੱਚੋਂ ਨੇ। ਤੇ ਉਹਨਾਂ ਦੇ ਫਾਦਰ ਜਿਹੜੇ ਹੈ ਇੱਕ ਜਾਟ ਲੀਡਰ ਦੇ ਤੌਰ ਤੇ ਸੀ, ਤੇ ਇਹਨਾਂ ਦੀ ਵੀ ਛਵੀ ਜਿਹੜੀ ਕਿ ਹਿੰਦੂ ਦੇ ਤੌਰ ਤੇ ਨਹੀਂ ਹੈ, ਇਹ ਜਾਟ ਲੀਡਰ ਦੇ ਤੌਰ ਤੇ ਹੈਗੀ ਆ। ਤੁਸੀਂ ਦੇਖੋ ਕਿ ਪਹਿਲਾਂ ਬੀਜੇਪੀ ਜਿਹੜੀ ਸੀ ਉਹਨਾਂ ਦੀ ਛਵੀ ਇਹ ਸੀ ਕਿ ਇਹ ਸ਼ਹਿਰੀ ਵਪਾਰੀ ਵਰਗਾਂ ਦੀ ਪ੍ਰਤੀਨਿਧਤਾ ਕਰਨ ਦੀ ਜਿਹੜੀ ਹੈ ਉਹ ਦਾਅਵਾ ਇਹਨਾਂ ਦਾ ਵਧੇਰੇ ਸੀ, ਉਸੇ ਜਮਾਤ ਦੇ ਵਿੱਚ ਉਹ ਜ਼ਿਆਦਾ ਮਕਬੂਲ ਸੀ। ਔਰ ਹੁਣ ਇਹਦੇ ਉਲਟ ਇਹ ਹੈ, ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣਾ ਸਮਾਜਿਕ ਆਧਾਰ ਵਿਸਤ੍ਰਿਤ ਕਰੇ, ਸਿਰਫ ਆਪਣੀ ਜਿਹੜੀਆਂ ਨੇ ਟ੍ਰੇਡਿੰਗ ਕਾਸਟ ਤੱਕ ਹੀ ਸੀਮਤ ਨਾ ਰੱਖੇ। ਇਸੇ ਕਰਕੇ ਹੀ ਤੁਸੀਂ ਦੇਖ ਲਓ ਕਿ ਇੱਕ ਬ੍ਰਾਹਮਣ ਤੋਂ ਹਟਾ ਕੇ ਉਹਨਾਂ ਨੇ ਇੱਕ ਜਾਟ ਲੀਡਰ ਜਿਹੜਾ ਬਣਾਇਆ, ਉਹ ਕੰਬੀਨੇਸ਼ਨ ਆਫ ਟੂ ਜਿਸ ਨੂੰ ਕਹਿ ਦਿੰਦੇ ਹੋ ਕਿ ਹਿੰਦੂ ਵੀ ਹੈਗਾ ਤੇ ਜਾਟ ਵੀ ਹੈਗਾ। ਤੇ ਸਾਨੂੰ ਪਤਾ ਕਿ ਸਾਡੇ ਇਲਾਕੇ ਦੇ ਵਿੱਚ ਇਹੋ ਜਿਹੀ ਕੋਈ ਵੱਡੀ ਗੱਲ ਨਹੀਂ, ਸਿੱਖ ਵੀ ਉਹਨਾਂ ਦੇ ਬਹੁਤ ਵੱਡੇ ਸਪੋਰਟਰ ਹੈਗੇ ਨੇ। ਮੇਰੇ ਤੇ ਗੁਆਂਢੀ ਪਿੰਡ ਦਾ ਹੈਗਾ ਉਹ, ਤੇ ਮੈਨੂੰ ਪਤਾ ਸਾਰਾ ਜੋ ਉੱਥੋਂ ਦੀ ਕੰਸਟੀਚੁਐਂਸੀ ਜਿਸ ਤਰ੍ਹਾਂ ਦੇ ਉਹਦੇ ਸਪੋਰਟਰ ਹੈਗੇ ਆ। ਤੇ ਉਹ ਖੈਰ ਨਿੱਜੀ ਆਪਾਂ ਗੱਲ ਇਸ ਵੇਲੇ ਕੀ ਕਰਨੀ ਹੈ, ਪਰ ਕਹਿਣ ਤੋਂ ਭਾਵ ਇਹ ਹੈ ਸੁਖਵਿੰਦਰ ਜੀ ਕਿ ਉਹ ਬੀਜੇਪੀ ਆਪਣੀ ਛਵੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੋ ਪੰਜਾਬ ਦੇ ਵਿੱਚ ਕਾਂਗਰਸ ਦੀ ਛਵੀ ਹੁੰਦੀ ਸੀ ਕਿ ਸਾਰੀਆਂ ਹੀ ਸ਼੍ਰੇਣੀਆਂ ਨੂੰ ਨਾਲ ਲੈ ਕੇ ਚੱਲਦੀ ਹੈ, ਤੇ ਉਹ ਇਸੇ ਤਰ੍ਹਾਂ ਹੁਣ ਬੀਜੇਪੀ ਕੋਸ਼ਿਸ਼ ਕਰ ਰਹੀ ਹੈ, ਯਾਨੀ ਕਿ ਆਪਣਾ ਕਾਂਗਰਸੀਕਰਨ ਇਹਨੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਉਹ ਕਿਸ ਹੱਦ ਤੱਕ ਕਾਂਗਰਸੀਕਰਨ ਕਰ ਸਕਦੀ ਹੈ ਨਹੀਂ ਹੁੰਦਾ, ਉਹ ਡਿਪੈਂਡ ਕਰੇਗਾ ਕਿ ਉਹ ਆਪਣੀਆਂ ਜਿਹੜੀਆਂ ਨੀਤੀਆਂ ਹੈਗੀਆਂ ਨੇ, ਹਿੰਦੂਤਵ ਦੀਆਂ ਨੀਤੀਆਂ ਜਿਸ ਨੂੰ ਆਪਾਂ ਕਹਿੰਦੇ ਆ ਜਾਂ ਏਜੰਡਾ ਹੈਗਾ, ਕਿਸ ਜ਼ੋਰ ਨਾਲ ਲਾਗੂ ਕਰਦੇ। ਪਰ ਇੱਕ ਗੱਲ ਸੁਖਵਿੰਦਰ ਜੀ ਮੈਂ ਇੱਥੇ ਐਡ ਕਰ ਦਿਆਂ, ਸ਼ਾਇਦ ਔਡ ਹੀ ਲੱਗੇ ਇੱਥੇ ਗੱਲ, ਕਿ ਮੇਰੀ ਸਮਝ ਮੁਤਾਬਕ ਇਸ ਵੇਲੇ ਸਮੱਸਿਆ ਇਹ ਹੋ ਗਈ ਆ ਹਿੰਦੁਸਤਾਨ ਪੱਧਰ ਤੇ ਕਿ ਜਿਹੜਾ ਨਾ ਮੈਜੋਰਿਟੇਰੀਅਨਿਜ਼ਮ ਜਾਂ ਹਿੰਦੂਤਵ ਜਿਹੜੀ ਮਾਨਸਿਕਤਾ ਹੈ ਉਹ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਆ ਗਈ। ਜਿਹੜੀ ਮੇਰੀ ਰੀਡਿੰਗ ਹੈ ਕਿ ਤੁਸੀਂ ਦੇਖੋਗੇ ਕਿ ਹੁਣ ਨੈਸ਼ਨਲ ਪਾਰਟੀ ਕੋਈ ਤੁਸੀਂ ਲੈ ਲਓ, ਚਾਹੇ ਕਾਂਗਰਸ ਲੈ ਲਓ, ਤੁਸੀਂ ਸੋ ਕਾਰਡ ਉਹਨਾਂ ਦੀਆਂ ਜੋ ਮਰਜ਼ੀ ਬਿਆਨ ਦੇਈ ਜਾਣ, ਤੇ ਚਾਹੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਲੇਮ ਕਰਦੀ ਹੈਗੀ ਹੈ, ਇਹ ਤੁਸੀਂ ਇਹਨਾਂ ਦੇ ਬਿਆਨ ਔਰ ਨੀਤੀਆਂ ਤੁਸੀਂ ਦੇਖ ਲਓ, ਇਹ ਸਾਰੇ ਦੇ ਸਾਰੇ ਔਨ ਦਾ ਪੋਜ਼ਿਟਿਵ ਸਾਈਡ ਆਫ ਹਿੰਦੂਤਵ ਹੈ। ਯਾਨੀ ਕਿ ਕੋਈ ਇਹੋ ਜਿਹੀ ਉਹ ਗੱਲ ਨਹੀਂ ਕਰਨਗੇ ਜਿਹੜੀ ਨਾਲ ਲੱਗੇ ਕਿ ਹਿੰਦੂ ਮੈਜੋਰਿਟੀ ਜਿਹੜੀ ਹੈ ਉਹ ਉਹਨਾਂ ਦੇ ਬਿਆਨ ਤੋਂ ਨਾਰਾਜ਼ ਹੁੰਦੀ ਹੈ। ਉਹ ਬੋਝ ਕੇ ਬਿਆਨ ਦਿੰਦੇ ਨੇ, ਚਾਹੇ UCC ਤੇ ਤੁਸੀਂ ਦੇਖ ਲਓ, ਕਾਂਗਰਸ ਦੇ ਬਿਆਨ ਤੁਸੀਂ ਦੇਖ ਲਓ, ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਵਾਲਿਆਂ ਦੇ ਦੇਖ ਲਓ, ਜਾਂ ਬਾਕੀਆਂ ਦੇ ਵੀ ਤੁਸੀਂ ਦੇਖ ਲਓ, ਜਿੱਥੇ ਤਾਂ ਉਹਨਾਂ ਦਾ ਮੁਸਲਿਮ ਬੇਸ ਬਹੁਤ ਸਟਰੋਂਗ ਹੈ, ਉਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹ ਕਹਿੰਦੇ ਨੇ ਵੀ ਇਹਨਾਂ ਦਾ ਧਿਆਨ ਰੱਖੋ। ਉਹ ਤੇ ਗੱਲ ਹੈਗੀ, ਉਹ ਸਿਰਫ ਪਬਲਿਕ ਕੰਜ਼ੰਪਸ਼ਨ ਵਾਸਤੇ ਹੈ। ਪਰ ਮੈਜੋਰਿਟੇਰੀਅਨ ਜਿਹੜੀ ਇੱਕ ਆਪਾਂ ਕਹੀਏ ਕਿ ਸਿਆਸਤ ਹੈ ਨਾ, ਉਹਦੀ ਇਸ ਵੇਲੇ ਹਿੰਦੁਸਤਾਨ ਵਿੱਚ ਪਕੜ ਹੋ ਗਈ ਹੋਈ ਹੈ, ਔਰ ਕੋਈ ਪਾਰਟੀ ਉਸ ਤੋਂ ਬਚੀ ਨਹੀਂ ਸੁਖਵਿੰਦਰ ਜੀ। ਸੋ ਉਹਦਾ ਹੀ ਪਰਤਾਓ ਤੁਸੀਂ ਪੰਜਾਬ ਵਿੱਚ ਦੇਖ ਸਕਦੇ ਹੋ, ਤੇ ਤੁਹਾਨੂੰ ਫਰਕ ਨਹੀਂ ਕੋਈ ਲੱਗਣਾ ਇੱਥੇ ਪੰਜਾਬ ਦੀ ਕਾਂਗਰਸ ਦਾ, ਪੰਜਾਬ ਦੀ BJP ਦਾ ਔਰ ਆਮ ਆਦਮੀ ਪਾਰਟੀ ਦਾ ਕੋਈ ਫਰਕ ਨਹੀਂ ਲੱਗਣਾ, ਜਿੱਥੋਂ ਤੱਕ ਮੈਜੋਰਿਟੇਰੀਅਨਿਜ਼ਮ ਦੀ ਥੋੜੀ ਜਿਹੀ ਕਾਂਗਰਸ ਦੀ ਪ੍ਰੋਬਲਮ ਰਹਿਣੀ, ਕਿਉਂਕਿ ਇੱਥੇ ਜਿਹੜੀ ਹੈ ਨਾ ਬਹੁਤ ਸਟਰੋਂਗ ਸਿੱਖ ਲੀਡਰਸ਼ਿਪ ਕਾਂਗਰਸ ਦੇ ਵਿੱਚ ਹੈਗੀ ਹੈ, ਤੇ ਭਾਰੂ ਵੀ ਇਸ ਵੇਲੇ ਉਹੀ ਹੈਗੀ, ਆਪਾਂ ਨੂੰ ਪਤਾ ਹੈ। ਪਰ ਉਹ ਐਕਸੈਪਸ਼ਨ ਹੋ ਸਕਦੀ, ਪਰ ਦੂਜਿਆਂ ਦੇ ਵਿੱਚ ਨਹੀਂ ਹੈਗੀ। ਸੋ ਇਹ ਮੈਂ ਸਾਈਡ ਦੇ ਤੌਰ ਤੇ ਗੱਲ ਕਹਿ ਰਿਹਾ ਸੀਗਾ, ਤੇ ਤੁਹਾਡਾ ਸਵਾਲ ਇਹੀ ਸੀ ਕਿ ਇਹ ਹੁਣ ਜਿਹੜਾ ਪੰਜਾਬ ਦੇ ਵਿੱਚ BJP ਹੈਗੀ ਹੈ, ਉਹ ਡੈਮੋਗ੍ਰਾਫਿਕ ਕਾਰਨ ਵੀ ਉਹਦੇ ਵਿੱਚ ਛੋਟਾ ਕਾਰਨ ਹੈਗਾ, ਪਰ ਵੱਡਾ ਕਾਰਨ ਇਹੀ ਹੈ ਕਿ ਉਹਨਾਂ ਨੂੰ ਇਸ ਵੇਲੇ ਧਰਾਤਲ ਦਿਸ ਰਿਹਾ ਹੋਇਆ, ਸਪੇਸ ਦਿਸ ਰਹੀ ਹੋਈ ਹੈ ਕਾਂਗਰਸ ਦੇ ਕਮਜ਼ੋਰ ਹੋਣ ਨਾਲ ਤੇ ਅਕਾਲੀਆਂ ਦੇ ਕਮਜ਼ੋਰ ਹੋਣ ਨਾਲ। ਆਮ ਆਦਮੀ ਪਾਰਟੀ ਦੀ ਛਵੀ ਵੀ ਆਪਾਂ ਨੂੰ ਪਤਾ ਹੈ ਕਿ ਉਸ ਤਰ੍ਹਾਂ ਦੀ ਹੁਣ ਨਹੀਂ ਰਹੀ ਜੋ ਪਹਿਲਾਂ ਸੀ। ਸੋ ਇਹਨਾਂ ਦੇ ਵਿੱਚੋਂ ਸਪੇਸ ਆਪਣੀ ਤਲਾਸ਼ ਰਹੇ ਹੋਏ ਹੈ, ਤੇ ਕੇਂਦਰ ਦੇ ਵਿੱਚ ਇਹ ਤਾਕਤ ਵਿੱਚ ਆਉਂਦੇ ਹੈ, ਤੇ ਉਹ ਜਿਹਨੂੰ ਕਹਿੰਦੇ ਆ ਕਿ ਵੱਡੀ ਇੱਕ ਹਲਾਰਾ ਉਹਨਾਂ ਨੂੰ ਮਿਲਦਾ। ਸੋ ਇਹ ਸਾਰੇ ਪਿਛੋਕੜ ਦੇ ਵਿੱਚ ਹੈ, ਇਹ ਸਾਰੇ ਹੀ ਫੈਕਟਰ ਹੈ ਸੁਖਵਿੰਦਰ ਜੀ, ਜਿਹਦੇ ਵਿੱਚੋਂ
ਉਹ ਹੌਸਲੇ ਵਿੱਚ ਲੱਗਦੇ ਹੈ ਪੰਜਾਬ ਦੇ ਭਾਜਪਾ ਜੀ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਅਕਾਲੀ ਦਲ ਪੰਥਕਤਾ ਦੇ ਵਿੱਚ ਕਿੰਨਾ ਕੁ ਰਿਹਾ, ਜਾਂ ਸਿੱਖ ਮਸਲਿਆਂ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਦੋਂ ਇਹ ਸੱਤਾ 'ਚ ਰਹੇ, ਕਿੰਨੀ ਕੁ ਗੰਭੀਰਤਾ ਰਹੀ, ਕਿੰਨੀਆਂ ਕੁ ਤਾਣੀਆਂ ਉਲਝੀਆਂ, ਇਹ ਸਾਰਿਆਂ ਦੇ ਸਾਹਮਣੇ ਹੀ ਆ। ਪਰ ਜਦੋਂ ਅੱਜ ਦੇ ਹਾਲਾਤ ਤੇ ਮੈਂ ਫੇਰ ਲੈ ਕੇ ਆਉਣਾ, ਕਿਉਂਕਿ ਹੁਣ ਦੇ ਹਾਲਾਤਾਂ ਨੂੰ ਦੇਖ ਕੇ ਸਾਰਾ ਕੁਝ ਤੈਅ ਹੋਣਾ ਕਿ ਅਕਾਲੀ ਦਲ ਦਾ ਬਣਨਾ ਕੀ ਹੈ, ਜਿਹਦੇ ਵਿੱਚੋਂ ਜੋ ਸਿੱਟੇ ਹੁਣ ਤੱਕ ਨਿਕਲੇ। ਕੀ ਜਿਵੇਂ ਬੰਦੀ ਸਿੰਘਾਂ ਦਾ ਮਸਲਾ ਆ, ਜਾਂ ਖਾਲਿਸਤਾਨ ਮੂਵਮੈਂਟ ਦੀ ਗੱਲ ਆਉਂਦੀ ਹੈ, ਜਿਹੜੇ ਵੱਖ-ਵੱਖ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਦੀ ਗੱਲ ਆਉਂਦੀ ਹੈ, ਕੀ ਅਕਾਲੀ ਦਲ ਹੁਣ ਪੰਥਕਤਾ ਨੂੰ, ਜਾਂ ਉਹ ਜਿਹੜੀ ਥੋੜੀ ਬਹੁਤੀ ਬਚੀ ਹੈ, ਉਹਨੂੰ ਛਿੱਕੇ ਤੇ ਟੰਗ ਕੇ ਅੱਗੇ ਵੱਧ ਸਕਦਾ, ਜਾਂ ਉਹਨੂੰ ਵਧਣਾ ਚਾਹੀਦਾ? ਜਿਸ ਤਰੀਕੇ ਦੇ ਨਾਲ UCC ਦੀ ਗੱਲ ਆਉਂਦੀ ਹੈ, ਜਾਂ ਹੋਰ ਬੜੇ ਮਸਲੇ ਨੇ ਉਹਨਾਂ ਉੱਤੇ ਜੋ 370 ਤੇ ਇਹਨਾਂ ਦਾ ਸਟੈਂਡ ਰਿਹਾ ਆ, ਕੀ ਇਹਦੇ ਨਾਲ ਕਿਸੇ ਸਿੱਖ ਮਸਲੇ ਦੇ ਉੱਤੇ ਕੋਈ ਸਮਝੌਤਾ ਹੁੰਦਾ ਲੱਗਦਾ ਕਿ ਬੰਦੀ ਸਿੰਘਾਂ ਨੂੰ ਛੱਡਣਾ ਹੈ, ਜਾਂ ਫਿਰ ਜਿਵੇਂ ਖਾਲਿਸਤਾਨੀਆਂ ਤੇ ਦਬਾਅ ਬਣਦਾ ਜਾ ਰਿਹਾ? ਗੁਰਪਤਵੰਤ ਪੰਨੂ ਨੂੰ ਤੁਸੀਂ ਸੁਣਿਆ ਹੋਣਾ, ਰਾਤ ਦੀ ਪੂਰੀ ਚਰਚਾ ਸੀ ਕਿ ਉਹਦਾ ਐਕਸੀਡੈਂਟ ਹੋ ਗਿਆ, ਫਿਰ ਹੁਣ ਉਹ ਸਾਹਮਣੇ ਆ ਕੇ ਫਿਰ ਉਸੇ ਤਰੀਕੇ ਦੇ ਨਾਲ ਰਿਐਕਸ਼ਨ ਕਰਦਾ ਆ, ਜਿਸ ਤਰੀਕੇ ਨਾਲ ਉਹ ਬੋਲਦਾ ਆ ਵੀਡੀਓਜ਼ ਵਿੱਚ ਆ ਕੇ। ਜਦੋਂ ਇਹੋ ਜਿਹਾ ਸਾਰੇ ਪਾਸਿਓਂ ਮਤਲਬ ਕਿ ਸਿੱਖ ਜਿਹੜੀ ਸਿਆਸਤ ਹੈ ਉਹਦੇ ਦੁਆਲੇ ਸ਼ਿਕੰਜਾ ਕੱਸਿਆ ਜਾਂਦਾ, ਤਾਂ ਉਹਦੇ ਵਿੱਚ ਅਕਾਲੀ ਦਲ ਦੀ ਭੂਮਿਕਾ, ਜਾਂ ਜਿਹੜੀਆਂ ਬਾਕੀ ਪੰਜਾਬ 'ਚ ਪੰਥਕ ਧਿਰਾਂ, ਸਿਆਸੀ ਧਿਰਾਂ ਬੈਠੀਆਂ ਨੇ, ਜਿਨ੍ਹਾਂ ਦੀ ਸ਼੍ਰੋਮਣੀ ਕਮੇਟੀ ਚੋਣਾਂ ਤੇ ਵੀ ਹੈ, ਜਿਨ੍ਹਾਂ ਦੀ ਨਜ਼ਰ ਪੰਥਕ ਸਿਆਸਤ ਤੇ ਵੀ ਹੈ ਵੀ ਇੱਧਰ ਵੀ ਜੇ ਕਿਤੇ ਹੱਥ ਪੈ ਜੇ, ਉਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ? ਸੁਖਵਿੰਦਰ ਜੀ, ਤੁਹਾਡੇ ਪ੍ਰਸ਼ਨਾਂ ਦੇ ਵਿੱਚ ਨਾ 3 ਐਸਪੈਕਟ ਜਿਹੜੇ ਆ ਉਹਨਾਂ ਵਿੱਚ ਨਾ ਅਜੋੜਤਾ ਨਜ਼ਰ ਆ ਰਹੀ ਹੈ ਮੈਨੂੰ, ਤੁਸੀਂ ਬੁਰਾ ਨਾ ਮਨਾਇਓ। ਇੱਕ ਤੇ ਇਹ ਹੈ ਕਿ ਅਕਾਲੀ ਸਿਆਸਤ ਨੂੰ ਆਪਾਂ ਜਦੋਂ ਸਮਝਦੇ ਆ ਨਾ, ਤੇ ਉਹਦੇ ਵਿੱਚ ਖਾਲਿਸਤਾਨੀ ਸਿਆਸਤ ਜਿਹੜੀ ਹੈ ਨਾ, ਉਹ ਇਹਦੇ ਪੈਰਲਲ ਖੜੀ ਹੈ, ਉਹ ਅਕਾਲੀ ਦਲ ਦੇ ਹਿੱਤ ਵਿੱਚ ਨਹੀਂ ਹੈ। ਇਹ ਇੱਕ ਦੂਜੇ ਦੇ ਵਿਰੁੱਧ ਖੜੀਆਂ ਹੋਈਆਂ। ਖਾਲਿਸਤਾਨੀ ਸਿਆਸਤ ਅਕਾਲੀ ਸਿਆਸਤ ਦੇ ਖਿਲਾਫ ਜੋ ਇਸ ਵੇਲੇ ਹੈ ਸਥਿਤੀ। ਔਰ ਬੰਦੀ ਸਿੰਘਾਂ ਦੀ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਖਾੜਕੂ ਸਫਾ ਵੱਲੋਂ ਹੀ ਜਿਹੜੀ ਹੈ ਉਹ ਜ਼ੋਰ ਨਾਲ ਕੀਤੀ ਜਾ ਰਹੀ ਹੈ। ਅਕਾਲੀ ਜਿਹੜੇ ਨੇ ਉਹ ਚੁੱਪ ਨੇ, ਜਾਂ ਉਹਨਾਂ ਨੂੰ ਕਹੀਏ ਕਿ ਉਹ ਜਿਸ ਨੂੰ ਕਹੀਏ ਕਿ ਅਖਬਾਰੀ ਤੌਰ ਤੇ ਉਹਦੀ ਸਪੋਰਟ ਕਰ ਰਹੇ ਨੇ, ਉਹ ਹਾਸ਼ੀਏ ਤੇ ਹੈ। ਮੈਂ ਇੱਥੇ ਥੋੜਾ ਜਿਹਾ ਜੋੜ ਦਿੰਦਾ ਕਿ ਸੰਗਰੂਰ ਵਾਲੀ ਚੋਣ 'ਚ ਆਪਾਂ ਦੇਖਿਆ ਬੰਦੀ ਸਿੰਘਾਂ ਦੇ ਮਸਲੇ ਤੇ ਹੀ ਇਹਨਾਂ ਨੇ ਬੀਬੀ ਰਾਜੋਆਣਾ ਨੂੰ ਅੱਗੇ ਕੀਤਾ ਸੀ। ਨਹੀਂ, ਤੁਸੀਂ ਠੀਕ ਕਹਿ ਰਹੇ ਹੋ। ਉਹ ਬੀਬੀ ਰਾਜੋਆਣਾ ਨੂੰ ਜਦੋਂ ਖੜਾ ਕੀਤਾ ਸੀ ਨਾ, ਉੱਥੇ ਉਹਨਾਂ ਕੋਲ ਚੁਆਇਸ ਹੀ ਨਹੀਂ ਸੀਗੀ, ਤੇ ਰਾਜੋਆਣਾ ਤੇ ਉਹਨਾਂ ਦੇ ਨਾਲ ਹੀ ਹੈ। ਤੁਹਾਨੂੰ ਪਤਾ ਕਿ ਰਾਜੋਆਣਾ ਸਾਹਿਬ ਦੀਆਂ ਸਟੇਟਮੈਂਟਸ ਅਕਾਲੀ ਦਲ ਦੀ ਸਪੋਰਟ ਦੇ ਵਿੱਚ ਇਹ ਕਾਫੀ ਸਮੇਂ ਤੋਂ ਆਈਆਂ ਹੋਈਆਂ, ਔਰ ਇਹ ਜੱਗ ਜ਼ਾਹਰ ਹੈ ਕਿ ਰਾਜੋਆਣਾ ਸਾਹਿਬ ਅਕਾਲੀ ਦਲ ਦੇ ਸਪੋਰਟਰ ਹਨ। ਉਹਦੇ ਕਾਰਨ ਕੁਝ ਵੀ ਹੋਣ ਕਿ ਉਹ ਖਾੜਕੂ ਸਫਾਂ ਦੇ ਵਿੱਚ ਵੀ ਹਵਾਰਾ ਹੋਣਾ ਨਾਲ, ਰਾਜੋ ਹੋਣਾ ਨਾਲ, ਜਿਹੜੀ ਖਾੜਕੂ ਸਫਾਂ ਦੇ ਵਿੱਚ ਜਿਹੜੀ ਹੈ ਨਾ ਅੰਦਰੂਨੀ ਖਹਿਬਾਜ਼ੀ ਹੈਗੀ ਹੈ, ਅੰਦਰੂਨੀ ਗੁੱਟਬਾਜ਼ੀ ਹੈਗੀ ਹੈ, ਉਹ ਕਾਰਨ ਵੀ ਹੋ ਸਕਦੇ ਹੈ। ਪਰ ਆਪਾਂ ਉਹ ਫੈਕਟਰ ਪਾਸੇ ਇਸ ਕਰਕੇ ਰੱਖੀਏ ਕਿ ਤੁਸੀਂ ਦੇਖੋ, ਜਿਹੜਾ ਚੰਡੀਗੜ੍ਹ ਹੁਣ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ, ਉਹਦੇ ਵਿੱਚ ਤੇ ਅਕਾਲੀ ਦਲ ਕਿਸੇ ਤਰ੍ਹਾਂ ਵੀ ਨਹੀਂ ਉਹ ਸਾਈਡ ਤੇ ਬਿਆਨ ਦਿੱਤਾ। ਇੱਕ ਵਾਰ ਧਾਮੀ ਸਾਹਿਬ ਗਏ ਤੇ ਉੱਥੇ ਜੋ ਉਹਨਾਂ ਦਾ ਹਸ਼ਰ ਹੋਇਆ ਆਪਾਂ ਨੂੰ ਪਤਾ ਹੀ ਹੈ, ਜਾਂ ਹੋਰ ਵੀ ਲੋਕ ਜਾਂਦੇ ਨੇ। ਸੋ ਉਹ ਜਿਹੜੀ ਖਾੜਕੂ ਧਿਰਾਂ ਵੀ ਇਹਨੇ ਵੇ ਉਹ ਪੈਰਲਲ ਇੱਕ ਨੈਰੇਟਿਵ ਸਿਰਜ ਰਹੀਆਂ ਹੋਈਆਂ, ਔਰ ਉਹ ਅਕਾਲੀ ਦਲ ਨੂੰ ਹਰ ਕਿਸਮ ਦੀ ਗਾਲ ਜਿਹੜੀ ਹੈ, ਜਿਹਨੂੰ ਮੰਦਾ ਚੰਗਾ ਬੋਲਣਾ ਜਿਸ ਨੂੰ ਕਹਿੰਦੇ ਆ, ਉਹ ਜਿਹੋ ਜਿਹੇ ਬਾਕੀ ਵਿਰੋਧੀ ਬੋਲਦੇ, ਉਹ ਤੋਂ ਵੱਧ ਜਿਹੜੀ ਗਾਲ ਜਿਹੜੀ ਹੈ ਉਹ ਖਾਲਿਸਤਾਨੀ ਅਕਾਲੀਆਂ ਨੂੰ ਕੱਢਦੇ। ਤਾਂ ਉਹ ਇਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਨੂੰ ਪੈਰਲਲ ਚੱਲਣ ਦਿਓ। ਉਹ ਦੇਖੋ, ਇੱਕ ਖਾਲਿਸਤਾਨੀ ਸਫਾਂ ਜਿਹੜੀਆਂ ਉਹ ਹੋਰ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੀਆਂ ਨੇ। ਅਕਾਲੀਆਂ ਦਾ ਖਾਲਿਸਤਾਨ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਹ ਸਿਰਫ ਤੇ ਸਿਰਫ ਵੋਟ ਪੋਲਿਟਿਕਸ ਦੇ ਵਿੱਚ ਹੀ ਉਹਨਾਂ ਨੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਉਹ ਆਪਣੀ ਗੱਲ ਕਰਦੇ ਨੇ। ਉਹ ਕਿਸ ਹੱਦ ਤੱਕ ਕਰਦੇ ਨੇ, ਸਾਡੀ ਜਿਹੜੀ ਪੰਜਾਬੀ ਸਿੱਖਾਂ ਦੀ ਵੱਡੀ ਪੱਧਰ ਤੇ ਇੱਛਾ ਇਹੀ ਸੀ ਕਿ ਅਕਾਲੀ ਦਲ ਜਿਹੜਾ ਹੈਗਾ ਉਹ ਇਸ ਖਿੱਤੇ ਦੀਆਂ ਲੋੜਾਂ ਜਿਹੜੀਆਂ ਹੈਗੀਆਂ, ਔਰ ਸਿੱਖ ਸਮਾਜ ਦੀਆਂ ਜਿਹੜੀਆਂ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਧਾਰਮਿਕ ਲੋੜਾਂ ਹੈਗੀਆਂ, ਉਹਨਾਂ ਦੀ ਅਲੰਬਰਦਾਰੀ ਸੁਚੱਜੇ ਢੰਗ ਨਾਲ ਕਰੇ, ਜਿਹੜੀ ਕਿ ਅਕਾਲੀ ਦਲ ਨਹੀਂ ਕਰ ਰਿਹਾ। ਇਹ ਸੱਚ ਹੈ ਕਿ ਉਹ ਤੋਂ ਨਹੀਂ ਹੋ ਰਹੀ, ਉਹ ਸਿਰਫ ਤਾਕਤ ਦੀ ਖੇਡ ਰਿਹਾ ਹੋਇਆ।
ਸਿੱਖ ਮਾਨਸਿਕਤਾ ਇਹੀ ਆਸ ਕਰਦੀ ਹੈ ਅਕਾਲੀਆਂ ਕੋਲੋਂ ਕਿ ਉਹ ਸਹੀ ਮਾਨਿਆਂ ਵਿੱਚ ਸਿੱਖ ਲੋੜਾਂ ਦੀ ਪ੍ਰਤੀਨਿਧਤਾ ਕਰੇ ਔਰ ਉਹਦੇ ਲਈ ਜੱਦੋ ਜਹਿਦ ਕਰੇ, ਫਿਰ ਸਿੱਖ ਉਹਦੇ ਨਾਲ ਖੜ ਵੀ ਜਾਣਗੇ। ਪਰ ਕਿਉਂਕਿ ਉਹ ਇਹੋ ਜਿਹੀ ਜੱਦੋਜਹਿਦ ਨਹੀਂ ਕਰ ਰਹੇ ਹੋਏ, ਸਪੇਸ ਖਾਲੀ ਪਈ ਹੋਈ ਹੈ, ਉਹਦੇ ਵਿੱਚ ਕੁਝ ਖਾਲਿਸਤਾਨੀ ਧਿਰਾਂ ਕਰ ਰਹੀਆਂ, ਕੁਝ ਕਿਸਾਨੀ ਆਪਣੇ ਢੰਗ ਨਾਲ ਕਰ ਰਹੇ ਹੋਏ ਹੈ, ਤੇ ਉਹ ਹੁਣ ਸਿਰਫ ਤੇ ਸਿਰਫ ਜਦੋਂ ਅਕਾਲੀ ਦੇਖੋ ਕੋਈ ਡਿਮਾਂਡ ਵਾਸਤੇ ਲੜਨਗੇ ਨਹੀਂ ਖਿੱਤੇ ਦੀ, ਨਾ ਪਾਣੀਆਂ ਵਾਸਤੇ, ਨਾ ਚੰਡੀਗੜ੍ਹ ਵਾਸਤੇ, ਨਾ ਪੰਜਾਬੀ ਵਾਸਤੇ, ਨਾ ਸਿੱਖ ਸੱਭਿਆਚਾਰ ਵਾਸਤੇ, ਨਾ ਫੈਡਰਲਿਜ਼ਮ ਵਾਸਤੇ, ਜਿਹਨੂੰ ਇਹੀ ਗੱਲਾਂ ਨਾ ਆਪਾਂ ਰੀਜਨਲਿਜ਼ਮ ਦੀਆਂ। ਜੇ ਇਹ ਇਸ਼ੂ ਜਿਹੜੇ ਹੈ ਅਕਾਲੀ ਦਲ ਇਹਨਾਂ ਦਾ ਪਹਿਰੇਦਾਰ ਬਣ ਕੇ ਨਹੀਂ ਖੜਦਾ ਸੁਖਵਿੰਦਰ ਜੀ, ਤੇ ਫਿਰ ਉਹ ਕਿਸ ਤਰ੍ਹਾਂ ਮਕਬੂਲ ਹੋਏਗਾ ਇਹ ਪੰਜਾਬੀਆਂ ਦੇ ਵਿੱਚ ਜਾਂ ਸਿੱਖ ਮਾਨਸਿਕਤਾ ਦੇ ਵਿੱਚ। ਸੋ ਇਸ ਵੇਲੇ ਤਾਂ ਸਿਰਫ ਤੇ ਸਿਰਫ ਉਹ ਸਿਆਸੀ ਖੇਡ, ਤਾਕਤ ਦੀ ਖੇਡ ਖੇਡ ਰਹੇ। ਇਹਨੂੰ ਤਾਕਤ ਦੀ ਖੇਡ ਦੇ ਫਰੇਮ ਵਿੱਚ ਹੋਰ ਤਰ੍ਹਾਂ ਸਮਝ ਸਕੋਗੇ, ਜਿਸ ਤਰ੍ਹਾਂ ਦੀ ਸਾਡੀ ਇੱਛਾ ਹੈ, ਤਵੱਕੋ ਹੈਗੀ ਹੈ ਕਿ ਅਕਾਲੀ ਦਲ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਸਿੱਖਾਂ ਦੀ ਪ੍ਰਤੀਨਿਧ ਜਮਾਤ ਦੇ ਤੌਰ ਤੇ ਵਿਚਰੇ ਔਰ ਉਹਦੇ ਲਈ ਜੱਦੋ ਜਹਿਦ ਕਰੇ। ਸਿਧਾਂਤਕ ਤੇ ਪੈਂਤੜਾ ਇਹੀ ਹੋਣਾ ਚਾਹੀਦਾ। ਪਰ ਆਪਾਂ ਅੱਗੇ ਵੀ ਵਾਰ-ਵਾਰ ਗੱਲ ਕਰ ਡੁੱਬੀ ਤਾਂ ਜੇ ਸਾਹ ਨਾ ਆਇਆ ਵੀ ਅਕਾਲੀ ਦਲ ਇਸ ਵੇਲੇ ਇਹ ਕਾਰਜ ਨਹੀਂ ਕਰ ਰਿਹਾ। ਉਹ ਸਿਰਫ ਤੇ ਸਿਰਫ ਬਾਕੀ ਪੋਲੀਟੀਕਲ ਪਾਰਟੀਆਂ ਵਾਂਗੂ ਤਾਕਤ ਦੀ ਖੇਡ ਹੀ ਖੇਡ ਰਿਹਾ ਹੋਇਆ ਹੈ ਔਰ ਤਾਕਤ ਦੀ ਖੇਡ ਦੀਆਂ ਮਜਬੂਰੀਆਂ ਜਿਹੜੀਆਂ ਹੈਗੀਆਂ ਉਹ ਬੀਜੇਪੀ ਦੇ ਨਾਲ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬੜੀਆਂ ਸਪਸ਼ਟ ਨਜ਼ਰ ਆ ਰਹੀਆਂ। ਸੁਖਵਿੰਦਰ ਜੀ ਸੁਖਵਿੰਦਰ ਜੀ, ਮੈਂ ਡਾਕਟਰ ਸਾਹਿਬ ਆਖਰੀ ਸਵਾਲ ਕਰਾਂਗਾ, ਸ਼ਾਇਦ ਇਹਦੇ ਵਿੱਚ ਵੀ 2-3 ਜਿਹੜੇ ਨੇ ਤੁਸੀਂ ਸਵਾਲ ਤਲਾਸ਼ ਲਓਗੇ। ਮੈਂ ਇਸੇ ਤਰੀਕੇ ਨਾਲ ਇਹਨੂੰ ਅੱਗੇ ਰੱਖਦਾ ਤੁਹਾਡੇ ਕਿ ਇੱਕ ਤਾਂ ਜਿਵੇਂ ਮੈਂ ਗੁਰਪਤਵੰਤ ਪੰਨੂ ਦੀ ਗੱਲ ਕੀਤੀ ਸੀਗੀ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ, ਇਹਨੂੰ ਸਾਰਿਆਂ ਨੂੰ ਬੜਾ ਮਤਲਬ ਕਿ ਬਰੀਕੀ ਦੇ ਨਾਲ ਦੇਖਿਆ ਜਾਂਦਾ ਹੈ ਕਿ ਇੱਕ ਹਵਾ ਦੇਣੀ ਖਾਲਿਸਤਾਨੀ ਮੂਵਮੈਂਟ ਨੂੰ, ਜਿਵੇਂ ਸੈਨ ਫਰਾਂਸਿਸਕੋ ਅਮਰੀਕਾ ਦੇ ਵਿੱਚ ਭਾਰਤੀ ਕੌਂਸਲੇਟ ਦੇ ਉੱਤੇ ਅੱਗ ਲਾਈ ਗਈ ਜਾਂ ਜਿਸ ਤਰ੍ਹਾਂ ਦੇ ਵੀ ਹਾਲਾਤ ਬਣੇ, ਉਸ ਤੋਂ ਪਹਿਲਾਂ ਜੋ ਕੁਝ ਹੋਇਆ ਖਾਲਿਸਤਾਨੀ ਮੂਵਮੈਂਟ ਦੀ ਗੱਲ ਜਾਂ ਬਾਹਰਲੇ ਵਿਦੇਸ਼ਾਂ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ, ਅੱਗੇ ਉਹਨਾਂ ਨੇ ਰੈਫਰੈਂਡਮ ਵੀ ਲੈ ਕੇ ਆਉਣਾ ਤੇ ਉਭਾਰਨਾ ਗੁਰਪਤਵੰਤ ਪੰਨੂ ਨੂੰ ਜਾਂ ਉਹਨਾਂ ਧਿਰਾਂ ਨੂੰ ਉਭਾਰਨਾ, ਇਹ ਵੀ ਆਪਣੇ ਆਪ 'ਚ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਵੀ ਇਹਦੇ ਉੱਤੇ ਟਿੱਪਣੀ ਕਰਨ ਤੇ ਪ੍ਰਧਾਨ ਮੰਤਰੀ ਸਾਹਿਬ ਵੀ, ਜਿਹੜੀ ਬੀਤੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਹੋਈ ਹੈ ਜਿਹਦੇ ਵਿੱਚ ਪਾਕਿਸਤਾਨ ਤੇ ਰੂਸ ਵਗੈਰਾ ਸਾਰੇ ਮੁਲਕ ਸ਼ਾਮਲ ਸੀਗੇ 5-4, ਤਾਂ ਉੱਥੇ ਵੀ ਇਹੀ ਗੱਲ ਉਭਾਰੀ ਗਈ ਕਿ ਜਿਹੜੀਆਂ ਇਹੋ ਜਿਹੀਆਂ ਧਿਰਾਂ ਨੇ ਜਿਹੜੀਆਂ ਮਤਲਬ ਕਿ ਦਹਿਸ਼ਤਗਰਦੀ ਕਰਦੀਆਂ ਨੇ ਜਾਂ ਅੱਤਵਾਦ ਫੈਲਾਉਂਦੀਆਂ ਨੇ, ਉਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ ਜਾਂ ਉਹਨਾਂ ਨੂੰ ਲੈ ਕੇ ਕਿਹੋ ਜਿਹੀ ਨੀਤੀ ਹੋਣੀ ਚਾਹੀਦੀ ਹੈ। ਇਹ ਸਾਰਾ ਕੁਝ ਕਿਤੇ ਨਾ ਕਿਤੇ ਮਤਲਬ ਕਿ ਜਦੋਂ ਅਸੀਂ 2024 ਤੇ ਪੰਜਾਬ ਦੇ ਸੰਦਰਭ 'ਚ ਦੇਖੀਏ ਤਾਂ ਇਸ ਪੋਲਿਟਿਕਸ ਨੂੰ ਵੀ ਹਵਾ ਮਿਲਦੀ ਨਜ਼ਰ ਆਉਂਦੀ ਹੈ, ਜੋ ਸਿੱਖ ਸਿਆਸਤ ਦੇ ਜ਼ਰੀਏ ਬਾਹਰ ਨਿਕਲ ਕੇ ਆਉਂਦੀ ਹੈ, ਜਿਹਦਾ ਬਹੁਤ ਇਹਦੇ ਨਾਲ ਲਾਗਾ ਦੇਗਾ ਨਜ਼ਰ ਆਉਂਦਾ। ਇਹਦੇ ਵਿਚਾਲੇ ਮੈਂ, ਕਿਉਂਕਿ ਕਾਫੀ ਸਵਾਲ ਇਹਦੇ ਨਾਲ ਜੋੜਾਂਗਾ, ਆਖਰੀ ਰਹਿਣਗੇ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੋੜ ਤੋੜ ਦੀਆਂ ਗੱਲਾਂ ਕਰਦੇ ਨੇ ਤੇ ਇਹੋ ਜਿਹੀ ਸਾਹਿਬ ਮੋਰਚੇ ਨੂੰ ਹਟਾਉਣ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ, ਤਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾਵੇ ਕਿ ਇਹ ਸਭ ਤੋਂ ਜਿਹੜੀ ਪੰਜਾਬ ਦੀ ਸਾਈਕੀ ਆ, ਦੇਸ਼ ਤੇ ਵਿਦੇਸ਼ਾਂ ਵਿੱਚ ਰਹਿ ਰਹੀ ਹੈ, ਉਹ ਕਿਸ ਢੰਗ ਦੇ ਨਾਲ ਸਮਝੇ ਜਾਂ ਇਹ ਤੋਂ ਕਿੱਦਾਂ ਸੁਚੇਤ ਰਿਹਾ ਜਾਵੇ ਕਿ ਅਸੀਂ ਇਸ ਸਭ ਦਾ ਮੁਕਾਬਲਾ ਕਿੱਦਾਂ ਕਰਨਾ ਹੈ। ਇੱਕ ਹੋਰ ਸਵਾਲ ਇਹਦੇ ਨਾਲ ਮੈਂ, ਜਿਹੜਾ ਕੁੰਵਰ ਵਿਜੇ ਪ੍ਰਤਾਪ ਦਾ, ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਬੇਅਦਬੀ ਮਾਮਲੇ ਜਾਂ ਗੋਲੀਕਾਂਡ ਮਾਮਲੇ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਜ਼ਮਾਨਤ ਰੱਦ ਕਰਾਉਣ ਨੂੰ ਲੈ ਕੇ ਡੀਜੀਪੀ ਸਾਹਿਬ ਤੱਕ ਪਹੁੰਚ ਕੀਤੀ ਹੋਈ ਹੈ। ਪੰਜਾਬ ਦੇ ਪੰਥਕ ਤੇ ਸਿੱਖ ਮਸਲੇ ਇੰਨੇ ਬੁਰੇ ਤਰੀਕੇ ਨਾਲ ਉਲਝੇ ਹੋਏ ਨੇ ਕਿ ਇਹਦੇ ਵਿੱਚ ਇਹੀ ਨਹੀਂ ਪਤਾ ਲੱਗਦਾ ਕਿ ਇੱਥੇ ਪੰਥ ਹਿਤੈਸ਼ੀ ਕੌਣ ਹੈ ਜਾਂ ਸਿੱਖ ਹਿਤੈਸ਼ੀ ਕੌਣ ਹੈ, ਜਾਂ ਕੌਣ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਬਚਾ ਰਿਹਾ ਤੇ ਕੌਣ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣੀ ਚਾਹੁੰਦਾ, ਜਿਵੇਂ ਇਹ ਸਰਕਾਰ ਵੀ ਦਾਅਵੇ ਕਰਦੀ ਹੈ। ਇਹੀ ਆਖਰੀ ਸਵਾਲ ਹੈ ਮੇਰਾ। ਬਹੁਤ ਸਵਾਲ ਹੋ ਗਏ ਪਰ ਇੱਕ ਇੱਕ ਕਰਕੇ ਛੋਟੇ ਦੇਖੋ, ਜਿੱਥੋਂ ਤੱਕ ਪੰਨੂ ਦੀ ਗੱਲ, ਗੁਰਪਤਵੰਤ ਦੀ ਗੱਲ ਤੁਸੀਂ ਕਰਦੇ ਹੋ ਜਾਂ ਖਾਲਿਸਤਾਨੀਆਂ ਦੀਆਂ ਐਕਟੀਵਿਟੀਜ਼ ਦੀ ਗੱਲ ਕਰਦੇ ਹੋ, ਇਹ ਮੈਨੂੰ ਲੱਗਦਾ ਹੈ ਵੀ ਜਿਸ ਢੰਗ ਨਾਲ ਇਹ ਮਰਡਰ ਹੋਏ ਹੈ ਉਹਨਾਂ ਦੇ ਪ੍ਰਤੀਨਿਧਾਂ ਦਾ, ਉਹ ਇਹੋ ਜਿਹੀ ਵਿਰੋਧ ਜਿਹੜਾ ਇਹ ਕੁਦਰਤੀ ਹੈ, ਉਹ ਹੋਣਾ ਹੀ ਹੈ, ਇਹ ਸੁਭਾਵਿਕ ਹੈ ਕਿ ਜਦੋਂ ਉਹਨਾਂ ਦੇ ਲੀਡਰ ਜਿਹੜੇ ਨੇ ਉਹਨਾਂ ਸ਼ੱਕ ਦੀ ਸੂਈ ਇਹ ਹੋਵੇ ਕਿ ਹਿੰਦੁਸਤਾਨੀ ਏਜੰਸੀਆਂ ਨੇ ਉਹਨਾਂ ਦਾ ਕਤਲ ਕਰਵਾਇਆ ਹੈ। ਔਰ ਤੁਸੀਂ ਪਿੱਛੇ ਜੇ ਇੱਕ ਬੜੀ ਚੱਲ ਰਹੀ ਹੋਈ ਹੈ ਇੱਕ ਵੀਡੀਓ ਕਿ ਇਹ ਰਾਹ ਨੇ ਕੀਤਾ ਔਰ ਇੱਕ ਸਰਦਾਰ ਜੀ ਵੀ ਹੈਗੇ ਜਿਹੜੇ ਉਹ ਆਪਣੇ ਆਪ ਨੂੰ ਇਉਂ ਪ੍ਰੈਜ਼ੈਂਟ ਕਰਦੇ ਜਿਵੇਂ ਰਾਹ ਦੇ ਹੀ ਪ੍ਰਤੀਨਿਧ ਹੁੰਦੇ ਹੈ ਵੀ ਅਸੀਂ ਉੱਥੇ ਮਾਰਤਾ, ਉਹਨਾਂ ਨੂੰ ਮਾਰਤਾ। ਸੋ ਉਹ ਯਾਨੀ ਕਿ ਉਹਦੀ ਕੋਈ ਜਿਹੜੀ ਕੰਟਰਾਡਿਕਸ਼ਨ ਸਰਕਾਰ ਵੱਲੋਂ ਅੱਜ ਤੱਕ ਨਹੀਂ ਆਈ ਉਹ ਵੀਡੀਓ ਦੀ।
ਉਹ ਤਾਂ ਤੁਸੀਂ ਕੀ ਅੰਦਾਜ਼ਾ ਲਾਓ ਵੀ ਇਹਦਾ ਮਤਲਬ ਇਹ ਹੈ ਕਿ ਇਹ ਸਰਕਾਰੀ ਏਜੰਸੀਆਂ ਨੇ ਹੀ ਕਰਵਾਇਆ। ਤੇ ਇਹ ਉਹਨਾਂ ਦੀ ਜਿਹੜੀ ਮਾਨਸਿਕਤਾ, ਸਿੱਖ ਮਾਨਸਿਕਤਾ ਦੇ ਵਿੱਚ, ਪੱਛਮ ਦੇ ਵਿੱਚ ਇਹੀ ਗੱਲ ਗਈ ਹੈ, ਜਿਹੜੇ ਲੋਕ ਬੈਠੇ ਹੈ ਕਿ ਇਹ ਰਾਹ ਦਾ ਕਾਰਾ ਹੈ, ਉਹਨਾਂ ਨੇ ਕਰਵਾਇਆ ਹੈ ਤੇ ਉਹਦੀ ਵਿਰੋਧਤਾ ਹੋਣੀ, ਸਿੱਖਾਂ ਵਿੱਚ ਰੋਸ ਹੋਣਾ, ਇਹ ਕੁਦਰਤੀ ਗੱਲ ਹੈਗੀ ਹੈ। ਇੱਕ ਤਾਂ ਇਹ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਸਿਆਸਤ ਦੀਆਂ ਆਪਾਂ ਨੂੰ ਪਤਾ ਹੈ ਸੁਖਵਿੰਦਰ ਦੀਆਂ ਬੜੀਆਂ ਪਰਤਾਂ ਹੁੰਦੀਆਂ। ਉਹ ਜਿਹੜਾ ਰੋਹ ਹੈ ਉਸ ਨੂੰ ਕੌਣ ਕਿਸ ਢੰਗ ਨਾਲ ਵਰਤਦਾ ਹੈ, ਉਸ ਰੋਹ ਨੂੰ ਬੀਜੇਪੀ ਨੇ ਆਪਣੇ ਢੰਗ ਨਾਲ ਆਪਣੇ ਹਿੱਤ ਵਿੱਚ ਵਰਤਣਾ ਹੀ ਵਰਤਣਾ ਹੈ। ਔਰ ਉਹਨੇ ਨੈਸ਼ਨਲਿਸਟ ਆਪਣਾ ਏਜੰਡਾ ਜਿਹੜਾ ਉਹਦੇ ਵਿੱਚ ਦੇਖੋ, ਇਹਨਾਂ ਨੂੰ ਰਾਸ਼ਟਰ ਵਿਰੋਧੀ ਲੋਕ ਕਹਿ ਕੇ, ਖਾਲਿਸਤਾਨੀ ਕਹਿ ਕੇ ਭੰਡਣਾ ਹੀ ਭੰਡਣਾ ਹੈਗਾ। ਔਰ ਇਹਦੇ ਨਾਲ ਕੰਸੋਲੀਡੇਸ਼ਨ ਹਿੰਦੂ ਵੋਟ ਦੀ ਕਰਨੀ ਹੀ ਕਰਨੀ ਹੈ, ਉਹਨੇ ਆਪਣੇ ਢੰਗ ਨਾਲ ਕਰਨੀ। ਅਕਾਲੀਆਂ ਨੇ ਇਸ ਤੇ ਮੈਨੂੰ ਲੱਗਦਾ ਹੈ ਕਿ ਚੁੱਪ ਸਾਧੀ ਹੋਈ ਹੈ। ਜੋ ਹੁਣ ਤੱਕ ਦੀਆਂ ਸਟੇਟਮੈਂਟਸ ਆਈਆਂ ਹੋਈਆਂ, ਉਹਨਾਂ ਨੇ ਇੱਥੇ ਪੋਜੀਸ਼ਨ ਨਹੀਂ ਲਈ ਜਿੰਨੀ ਕਿ ਮੇਰੀ ਜਾਣਕਾਰੀ ਹੈਗੀ ਹੈ। ਔਰ ਮੇਰੇ ਮੁਤਾਬਕ ਉਹਨਾਂ ਨੂੰ ਇਹੀ ਪੋਜੀਸ਼ਨ ਲੈਣੀ ਚਾਹੀਦੀ ਹੈ, ਕਿਉਂਕਿ ਉਹ ਖਾਲਿਸਤਾਨੀਆਂ ਦੇ ਹੱਕ ਵਿੱਚ ਅਕਾਲੀ ਨਹੀਂ ਹਨ। ਉਹਨਾਂ ਨੂੰ ਆਪਣੀ ਪੋਜੀਸ਼ਨ ਕਲੀਅਰ ਰੱਖਣੀ ਚਾਹੀਦੀ ਹੈ ਕਿ ਉਹ ਬੜੀ ਸਪਸ਼ਟ ਹੈ ਵੀ ਜਿਹੜੇ ਖਾੜਕੂ ਧਿਰਾਂ ਦੇ ਲੋਕ ਨੇ, ਉਹ ਜੇ ਇਹੋ ਜਿਹੇ ਕਾਰੇ ਕਰਦੇ ਹੈ ਤੇ ਉਹ ਕੇਂਦਰ ਨੂੰ ਮਜ਼ਬੂਤ ਕਰਦੇ ਆ। ਸੈਂਟਰ ਮਜ਼ਬੂਤ ਹੁੰਦਾ ਹੈ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ। ਤੋਂ ਅਕਾਲੀਆਂ ਦੀ ਇਹ ਕੋਸ਼ਿਸ਼ ਰਹਿਣੀ ਹੈ ਕਿ ਉਹ ਸਿੱਖਾਂ ਨੂੰ ਬਦਨਾਮ ਨਾ ਹੋਣ ਦੇਣ, ਵੀ ਇਹ ਖਾਲਿਸਤਾਨ ਦੀ ਮੰਗ ਜਿਹੜੀ ਹੈਗੀ ਹੈ, ਇੱਕ ਖਾਸ ਸਿੱਖ ਸ਼੍ਰੇਣੀ ਦੇ ਹਿੱਸੇ ਦੀ ਮੰਗ ਹੈਗੀ ਹੈ, ਉਹ ਸੀਮਤ ਮੰਗ ਹੈ। ਸਮੁੱਚੇ ਸਿੱਖ ਸਮਾਜ ਦੀ ਇਹ ਮੰਗ ਨਹੀਂ ਹੈ ਔਰ ਅਕਾਲੀਆਂ ਦੀ ਇਹ ਮੰਗ ਨਹੀਂ ਹੈ। ਸਾਡੀ ਸਿਆਸਤ ਹੋਰ ਹੈ, ਉਹਨਾਂ ਦੀ ਹੋਰ ਹੈ। ਸੋ ਇਸ ਕਰਕੇ ਅਕਾਲੀਆਂ ਦੀ ਕੋਸ਼ਿਸ਼ ਹੋਣੀ ਹੈ ਕਿ ਉਹ ਬੋਝ ਕੇ ਚੱਲਣ, ਜਿਸ ਨੂੰ ਆਪਾਂ ਕਹਿਣ। ਤੇ ਪਰ ਬੀਜੇਪੀ ਨੇ ਇਹਨੂੰ ਆਪਣੇ ਹਿੱਤ ਵਿੱਚ ਵਰਤਣਾ ਹੀ ਆ। ਤੁਸੀਂ ਏਜੰਡਾ ਦੇਖ ਹੀ ਲਿਆ ਕਿ ਸਾਰਾ ਨੈਸ਼ਨਲ ਮੀਡੀਆ ਜਿਸ ਢੰਗ ਨਾਲ ਪ੍ਰੈਜ਼ੈਂਟ ਕਰ ਰਿਹਾ ਹੈ, ਉਹਨਾਂ ਨੂੰ ਸਿਆਸੀ ਤੌਰ ਤੇ ਸੂਟ ਕਰਦਾ ਹੈ। ਔਰ ਆਮ ਤੌਰ ਤੇ ਸੁਖਵਿੰਦਰ ਜੀ ਹੁੰਦਾ ਇਦਾਂ ਹੀ ਹੈ। ਸੱਚ ਇਹੀ ਹੈ, ਚਾਹੇ 84 ਵੇਲੇ ਦਾ ਲੈ ਲਓ, ਚਾਹੇ ਹੁਣ ਪਿੱਛੇ ਅੰਮ੍ਰਿਤਪਾਲ ਹੋਣਾ ਦਾ ਫਿਨਾਮਿਨਨ ਦੇਖ ਲਓ। ਇਹਦੇ ਪਿੱਛੇ ਕਿਹੜੀਆਂ ਏਜੰਸੀਜ਼ ਕੰਮ ਕਰਦੀਆਂ ਤੇ ਇਹਨਾਂ ਦੀ ਵਰਤੋਂ ਤਾਕਤ ਜਿਹੜੀ ਹੈ ਕੇਂਦਰੀ ਸਰਕਾਰਾਂ ਕਿਵੇਂ ਕਰਦੀਆਂ ਹੈ, ਉਹਨਾਂ ਬਾਰੇ ਹਮੇਸ਼ਾ ਸਵਾਲੀਆ ਫਿਕਰੇ ਰਹਿੰਦੇ ਆ। ਉਹ ਸੱਚ ਸਾਹਮਣੇ ਆਉਂਦਾ ਨਹੀਂ ਹੁੰਦਾ। ਔਰ ਪੁਸਤਕਾਂ ਆਈਆਂ ਹੋਈਆਂ ਨਾ ਜਿਹੜੀਆਂ 84 ਬਾਰੇ, ਜਿੰਨੀਆਂ ਵੀ ਆਪਾਂ ਪੜ੍ਹਦੇ ਹਾਂ, ਤੁਸੀਂ ਵੀ ਪੜ੍ਹੀਆਂ ਹੋਈਆਂ, ਉਹਨਾਂ ਦੇ ਵਿੱਚ ਕਾਨਸਪੀਰੇਸੀ ਵਾਲੀ ਇੱਕ ਐਸਪੈਕਟ ਹੈਗਾ ਕਿ ਕੇਂਦਰ ਦੀ ਸਰਕਾਰ ਕਿਸ ਢੰਗ ਨਾਲ ਇਹੋ ਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਜਿਹੜੀ ਹੁਣ ਮਾਨਸਿਕਤਾ ਹੈ, ਭਾਵੇਂ ਕੇਂਦਰ ਕਰੇ ਚਾਹੇ ਏਜੰਸੀਆਂ ਕਰਨ, ਪਰ ਹੁਣ ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰੋਗੇ, ਬੰਦੇ ਮਾਰੋਗੇ, ਤੇ ਤੁਸੀਂ ਸੋਚੋ ਕਿ ਉਹ ਕਮਿਊਨਿਟੀ ਰਿਐਕਟ ਨਾ ਕਰੇ, ਇਹ ਵੀ ਗੈਰ ਕੁਦਰਤੀ ਹੁੰਦਾ। ਇਹ ਕੁਦਰਤੀ ਵਰਤਾਰਾ ਹੈ ਕਿ ਉਥੋਂ ਦੀ ਸਿੱਖਾਂ ਨੇ ਇਹਦੇ ਖਿਲਾਫ ਮੁਜ਼ਾਹਰੇ ਵੀ ਕਰਨੇ ਆ, ਆਵਾਜ਼ ਬੁਲੰਦ ਵੀ ਕਰਨੀ ਆ, ਲੋਕਾਂ 'ਚ ਰੋਸ ਵੀ ਹੋਣਾ, ਇੱਥੋਂ ਦੇ ਸਿੱਖਾਂ 'ਚ ਵੀ ਰੋਸ ਹੋਣਾ, ਚਾਹੇ ਉਹਦੇ ਖਿਲਾਫ ਉਹ ਵੱਡਾ ਪ੍ਰਗਟਾਵਾ ਨਾ ਕਰ ਸਕਣ। ਇਸ ਬਾਰੇ ਤੇ ਇਹ ਮੇਰੀ ਟਿੱਪਣੀ ਹੈ। ਦੂਸਰੀ, ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਜਿਹੜੀ ਗੱਲ ਕਰਦੇ ਹੋ, ਮੇਰੇ ਮੁਤਾਬਕ ਉਹ ਕੋਰਟ ਵਿੱਚ ਜਾ ਰਹੇ ਹੋਏ ਆ, ਚੱਲ ਕੋਸ਼ਿਸ਼ ਉਹ ਕਰ ਰਹੇ ਹੋਏ ਆ ਕਿ ਮੈਂ ਉੱਥੇ ਜਾ ਕੇ ਆਪਣੀ ਪੋਜੀਸ਼ਨ ਕਲੀਅਰ ਕਰਾਂ। ਤੇ ਇਹਦੇ 'ਚ ਵੀ ਬੰਗਲਿੰਗ ਸਾਰੀਆਂ ਸਰਕਾਰਾਂ ਕਿਵੇਂ ਕਰ ਰਹੀਆਂ, ਯਾਨੀ ਕਿ ਕਾਂਗਰਸ ਨੇ ਤਾਂ ਕੀਤੀ, ਅਕਾਲੀਆਂ ਦੇ ਖਿਲਾਫ ਕੇਸ ਹੀ ਕੇਸ ਹੈਗਾ। ਤੇ ਇਹ ਆਮ ਆਦਮੀ ਪਾਰਟੀ ਵੀ ਇਹਦੇ 'ਚ ਬੰਗਲਿੰਗ ਕਰ ਰਹੀ ਹੈ ਕਿ ਕਿਸੇ ਕਿਸਮ ਦੀ ਇਹ ਤੋਂ ਤਵੱਕੋ ਨਾ ਕਰੋ। ਤੇ ਮੈਂ ਉੱਥੇ ਆਪਣੀ ਸਟੇਟਮੈਂਟ ਉੱਥੇ ਰਿਕਾਰਡ ਕਰਵਾਉਣਾ ਚਾਹੁੰਦਾ। ਮੇਰੇ ਮੁਤਾਬਕ ਉਹ ਰਿਕਾਰਡ ਕਰਵਾ ਵੀ ਲੈਣ, ਕੋਰਟ ਉਹਨੂੰ ਇਜਾਜ਼ਤ ਦੇ ਵੀ ਦੇਵੇ, ਤੇ ਇਹ ਮੀਨਿੰਗਲੈਸ ਜਿਹੜੀ ਆ ਸਾਰੀ ਐਕਸਰਸਾਈਜ਼, ਇਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ। ਵੱਧ ਤੋਂ ਵੱਧ ਜਿਹੜੀ ਸੁਖਵਿੰਦਰ ਜੀ ਇਹੀ ਹੈ ਕਿ ਉਹ ਆਪਣੀ ਵਿੰਡੀਕੇਸ਼ਨ ਕਰ ਲੈਣ ਕਿ ਦੇਖੋ ਜੀ, ਕਿ ਮੈਂ ਜੋ ਕਹਿਣਾ ਚਾਹੁੰਦਾ ਸੀਗਾ ਪਹਿਲਾਂ ਅਖਬਾਰਾਂ 'ਚ ਕਹਿੰਦਾ ਰਿਹਾ, ਹੁਣ ਮੈਂ ਔਨ ਰਿਕਾਰਡ ਕੋਰਟ ਦੇ ਵਿੱਚ ਆ ਗਿਆ ਹੋਇਆ ਕਿ ਆਹ ਜਿਹੜੀ ਸੱਚ ਇਹ ਹੈ। ਪਰ ਮੇਰੇ ਮੁਤਾਬਕ ਇਹਦਾ ਕੇਸ ਤੇ ਅਸਰ ਕੋਈ ਨਹੀਂ ਪੈਣਾ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਬਾਰੇ ਜੋ ਪਰਸੈਪਸ਼ਨ ਕੋਰਟ ਦੀ ਪਹਿਲਾਂ ਉਹਨਾਂ ਦੀ ਜੱਜਮੈਂਟ 'ਚ ਉਹਨਾਂ ਦੀਆਂ ਆਬਜ਼ਰਵੇਸ਼ਨ ਬਾਰੇ ਆ ਚੁੱਕੀ ਹੋਈ ਹੈ, ਸਟੇਟਮੈਂਟ ਉਹੀ ਉਹਨਾਂ ਦੀ ਹੈਗੀ। ਤੇ ਕੋਰਟ ਦੀ ਜਿਹੜੀ ਹੈ ਪੋਜੀਸ਼ਨ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਸਟੇਟਮੈਂਟ ਤੋਂ ਕਿਸੇ ਤਰ੍ਹਾਂ ਪ੍ਰਭਾਵਿਤ ਹੋਵੇ। ਜੀ ਸੁਖਵਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਰਾਈਟ।
ਮੇਰੇ ਖਿਆਲ ਦੇ ਵਿੱਚ ਸਿੱਕਾ ਦਰਸ਼ਕ ਜੀ ਮੇਰੇ ਖਿਆਲ 'ਚ ਦਰਸ਼ਕ ਇਸ ਗੱਲ ਨੂੰ ਭਲੀ ਭਾਂਤੀ ਵੈਸੇ ਤਾਂ ਸਮਝਦੇ ਹੀ ਨੇ, ਹੋਰ ਜ਼ਿਆਦਾ ਉਹਨਾਂ ਨੂੰ ਕਲੀਅਰ ਹੋ ਗਿਆ ਹੋਣਾ ਕਿ ਸਿੱਖ ਮਸਲਿਆਂ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਸੰਦਰਭ ਜਦੋਂ ਅਸੀਂ ਦੇਖਦੇ ਹਾਂ ਉਲਝਾਇਆ ਗਿਆ ਆ, ਤੇ ਇਹਦਾ ਰਾਹ ਕੀ ਹੈ ਉਹਦੇ ਬਾਰੇ ਅਕਸਰ ਚਰਚਾਵਾਂ ਚੱਲਦੀਆਂ ਰਹਿੰਦੀਆਂ, ਵੱਖ-ਵੱਖ ਵਿਦਵਾਨ ਜਿਹੜੇ ਨੇ ਆਪੋ ਆਪਣੇ ਵਿਚਾਰ ਰੱਖਦੇ ਰਹਿੰਦੇ ਨੇ। ਬਾਕੀ ਰੱਬ ਰਾਖਾ ਕੌਮ ਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।